ਹੈਲੋ एवरीवन। ਅੱਜ ਅਸੀਂ ਆਪਣਾ ਬੈਂਕਿੰਗ ਅਵੇਅਰਨੈਸ ਦਾ ਲੈਕਚਰ ਸਟਾਰਟ ਕਰਨ ਜਾ ਰਹੇ ਹਾਂ। ਇਹਦੀ ਆਪਾਂ ਹੁਣ ਟੈਸਟ ਸੀਰੀਜ਼ ਦੇਖ ਰਹੇ ਹਾਂ ਦੈਨ ਅਤੇ ਆਪਣਾ ਸਿਲੇਬਸ ਜਿਹੜਾ ਸੀ ਉਹ ਕੰਪਲੀਟ ਸੀ। ਦੈਨ ਆਪਣਾ ਇੱਕ ਲੈਕਚਰ ਆਏਗਾ ਕਰੰਟ ਅਫੇਅਰਸ ਦਾ, ਜਿਸ ਵਿੱਚ ਮੈਂ ਤੁਹਾਨੂੰ ਜੂਨ ਜੁਲਾਈ ਦੇ ਕਰੰਟ ਅਫੇਅਰਸ ਤੁਹਾਨੂੰ ਮੈਂ ਇੱਕ ਪੂਰਾ 1 ਘੰਟੇ ਦਾ ਲੈਕਚਰ ਹੋਏਗਾ, ਉਹ ਮੈਂ ਤੁਹਾਨੂੰ ਅਪਲੋਡ ਕਰਕੇ ਦੇਵਾਂਗਾ। ਬਾਕੀ ਆਪਾਂ ਹੁਣ ਟੈਸਟ ਸੀਰੀਜ਼ ਸਟਾਰਟ ਕਰ ਰਹੇ ਹਾਂ। ਦੈਨ 50 ਤੋਂ 100 ਕੁਐਸਚਨ ਤੁਹਾਨੂੰ ਮੈਂ ਹਰ ਇੱਕ ਲੈਕਚਰ ਦੇਖਣ ਨੂੰ ਮਿਲਣਗੇ। ਟੋਟਲ 500 ਕੁਐਸਚਨਸ ਕਰਾਵਾਂਗਾ ਤੁਹਾਨੂੰ ਮੈਂ। ਡਨ। ਅਤੇ ਇਹ ਮੈਂ ਪਹਿਲਾਂ ਹੀ ਕਹਿ ਦੇਵਾਂ, ਇਸਨਾਂ ਵਿੱਚ ਤੁਹਾਨੂੰ ਕੁਝ ਪਾਰਟ ਸਟੈਟਿਕ ਦਾ ਦੇਖਣ ਨੂੰ ਮਿਲੇਗਾ, ਜਿਸ ਦਾ ਕੋਈ ਅੰਤ ਨਹੀਂ ਹੈ। ਬੈਂਕਿੰਗ ਵਿੱਚ ਸਟੈਟਿਕ ਪਾਰਟ ਦਾ ਕੋਈ ਅੰਤ ਨਹੀਂ ਹੈ, ਤੁਸੀਂ ਜਿੰਨਾ ਕਰੋ ਉਨਾ ਘੱਟ ਹੈ। ਸੋ ਇਸ ਵਿੱਚ ਮੈंने ਕੀ ਕੀਤਾ, ਜੋ ਤੁਹਾਨੂੰ ਮੈਂ ਪੜ੍ਹਾਇਆ, ਜੋ ਕਨਸੈਪਟ ਪੜ੍ਹਾਏ ਨੇ ਉਹ ਵੀ ਰੱਖੇ ਨੇ, ਅਤੇ ਜੋ ਸਟੈਟਿਕ ਹੈ, ਠੀਕ ਹੈ, ਜਿੰਨਾ ਕਰਾਇਆ ਉਹ ਵੀ ਹੈ, ਜਿਹੜਾ ਨਹੀਂ ਕਰਾਇਆ ਉਹ ਵੀ ਹੈ। ਯਾਨੀ ਕਿ ਮੈਂ ਤਿੰਨਾਂ ਚੀਜ਼ਾਂ ਦਾ ਮਿਕਸਰ ਲੈ ਕੇ ਚੱਲ ਰਿਹਾ, ਕਿਉਂਕਿ ਸਟੈਟਿਕ ਮੈਂ ਤੁਹਾਨੂੰ ਜਿੰਨਾ ਕਰਾ ਸਕਦਾ ਸੀ ਮੈਂ ਤੁਹਾਨੂੰ ਕਰਾਇਆ। ਉਸ ਤੋਂ ਬਾਅਦ ਸਟੈਟਿਕ ਕੁਛ ਐਸਾ ਪਾਰਟ ਹੈ ਜੋ ਤੁਹਾਨੂੰ ਮਤਲਬ ਤੁਸੀਂ ਰੋਜ਼ ਦੀ ਰੋਜ਼ ਜਿਹੜੇ ਨਿਊਜ਼ਪੇਪਰ ਪੜ੍ਹਦੇ ਹੋ ਉਸ ਵਿੱਚ ਤੁਹਾਨੂੰ ਪੂਰਾ ਆਪਣੇ ਆਪ ਨੂੰ ਅਵੇਅਰ ਰੱਖਣਾ ਹੈ। ਡਨ। ਸੋ ਆਪਣਾ ਪਹਿਲਾ ਕੁਐਸਚਨ ਅੱਜ ਦੇਖਾਂਗੇ। ਡਨ। ਇਸ ਵਿੱਚ ਮੈਂ ਜ਼ਿਆਦਾ ਐਕਸਪਲੇਨ ਉੱਥੇ ਕਰਾਂਗਾ ਜਿੱਥੇ ਤੁਸੀਂ ਸ਼ਾਇਦ ਇਹ ਕੁਐਸਚਨ ਪਹਿਲੀ ਵਾਰ ਪੜ੍ਹ ਰਹੇ ਹੋ। ਡਨ। ਪਹਿਲਾ ਕੁਐਸਚਨ ਦੇਖੋ, ਕਹਿੰਦੇ ਇਨ ਵਿਚ ਅਮੰਗ ਦਾ ਫੋਲੋਇੰਗ ਈਅਰ ਏਸ਼ੀਆਜ਼ ਫਸਟ ਐਕਸਪੋਰਟ ਪ੍ਰੋਸੈਸਿੰਗ ਜ਼ੋਨ ਵਾਜ਼ ਸੈਟਅਪ। ਦੱਸੋ ਮੈਨੂੰ, ਪਹਿਲਾ ਏਸ਼ੀਆ ਦਾ, ਠੀਕ ਹੈ, ਏਸ਼ੀਆ ਦਾ ਐਕਸਪੋਰਟ ਪ੍ਰੋਸੈਸਿੰਗ ਜਿਹੜਾ ਜ਼ੋਨ ਹੈ ਉਹ ਕਿਸ ਸਨ ਵਿੱਚ ਸੈਟਅਪ ਕੀਤਾ ਗਿਆ, ਮੈਨੂੰ ਦੱਸੋ। ਇਹ ਕੀਤਾ ਗਿਆ 1965 'ਚ ਕੀਤਾ ਗਿਆ। ਕਿੱਥੇ ਕੀਤਾ ਗਿਆ? ਇੰਡੀਆ 'ਚ ਕੀਤਾ ਗਿਆ। ਸਮਝ ਗਏ। ਅਤੇ ਐਕਸਪੋਰਟ ਪ੍ਰੋਸੈਸਿੰਗ ਜ਼ੋਨ ਕਿਹੜਾ ਹੁੰਦਾ ਮੈਨੂੰ ਦੱਸੋ, ਜਿੱਥੇ ਮਤਲਬ ਕਾਫੀ ਤਰੀਕੇ ਦੇ ਤੁਹਾਨੂੰ ਲੋਕਾਂ ਨੂੰ ਉਹ ਮਿਲਦੇ ਹੈ, ਕੀ ਨਾਮ ਹੈ, ਜੇ ਆਪਾਂ ਗੱਲ ਕਰੀਏ ਇਨਸੈਂਟਿਵਸ ਮਿਲਦੇ ਨੇ। ਇਹ ਐਸੇ ਜ਼ੋਨ ਹੁੰਦੇ ਨੇ ਜਿੱਥੇ ਆਪਾਂ ਐਕਸਪੋਰਟ ਦੀ ਪ੍ਰੋਡਕਟਿਵਿਟੀ ਨੂੰ ਵਧਾਉਣਾ ਚਾਹੁੰਦੇ ਹਾਂ, ਠੀਕ ਹੈ, ਉਸ ਦੀ ਮਤਲਬ ਐਕਸਪੋਰਟ ਨੂੰ ਵਧਾਉਣਾ ਚਾਹੁੰਦੇ ਹਾਂ। ਉਸ ਲਈ ਗੌਰਮੈਂਟ ਇਸ ਤਰ੍ਹਾਂ ਦੇ ਜ਼ੋਨਸ ਬਣਾਉਂਦੀ ਹੈ ਜਿੱਥੇ ਮਲਟੀਪਲ ਜਿਹੜੀ ਮਤਲਬ ਤੁਹਾਨੂੰ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ, ਜਿਵੇਂ ਕਲੀਅਰੈਂਸ ਦਾ ਖਰਚਾ ਹੋ ਗਿਆ, ਹੋਰ ਜਿਹੜੇ ਐਕਸਪੈਂਸਿਸ ਹੋ ਗਏ ਜੋ ਮਤਲਬ ਸ਼ਾਇਦ ਤੁਸੀਂ ਨਹੀਂ ਪੇ ਕਰਨੇ ਚਾਹੀਦੇ ਤੁਹਾਨੂੰ, ਕਿਉਂਕਿ ਤੁਹਾਡਾ ਧਿਆਨ ਹਮੇਸ਼ਾ ਤੁਹਾਡੀ ਐਕਟੀਵਿਟੀ ਵੱਲ ਹੋਣਾ ਚਾਹੀਦਾ। ਤਾਂ ਤੁਹਾਡਾ ਬਿਲਕੁਲ ਧਿਆਨ ਐਕਟੀਵਿਟੀ ਵੱਲ ਹੋਵੇ, ਤੁਸੀਂ ਫੋਕਸ ਕਰੋ, ਤੁਸੀਂ ਬਿਜ਼ਨਸ ਨੂੰ ਵਧਾਓ, ਐਕਸਪੋਰਟ ਕਰੋ, ਗੌਰਮੈਂਟ ਦੀ GDP 'ਚ ਵਾਧਾ ਕਰੋ, ਅਤੇ ਇਸ ਲਈ ਇਸ ਤਰ੍ਹਾਂ ਦੇ ਜ਼ੋਨ ਬਣਾਏ ਜਾਂਦੇ ਨੇ। 1965 ਵਿੱਚ ਏਸ਼ੀਆ ਦਾ ਸਭ ਤੋਂ ਪਹਿਲਾਂ ਇੰਡੀਆ ਵਿੱਚ ਇੱਕ ਖੋਲ੍ਹਿਆ ਗਿਆ ਐਕਸਪੋਰਟ ਪ੍ਰੋਸੈਸਿੰਗ ਜ਼ੋਨ, ਜੋ ਕਿੱਥੇ ਖੋਲ੍ਹਿਆ ਗਿਆ? ਕਾਂਡਲਾ ਗੁਜਰਾਤ ਵਿੱਚ ਖੋਲ੍ਹਿਆ ਗਿਆ। ਕਾਂਡਲਾ ਗੁਜਰਾਤ ਵਿੱਚ, ਠੀਕ ਹੈ, ਕਾਂਡਲਾ ਗੁਜਰਾਤ ਵਿੱਚ ਖੋਲ੍ਹਿਆ ਗਿਆ। ਸਮਝ ਗਏ। ਤਾਂ ਕਿ ਇਹ ਜ਼ੋਨ ਖੋਲ੍ਹਣ ਦਾ ਇੱਕ ਇਹ ਵੀ ਫਾਇਦਾ ਉਸ ਸੀ ਕਿ ਇਸ ਤਰ੍ਹਾਂ ਦਾ ਜ਼ੋਨ ਤਾਂ ਵੀ ਬਣਾਇਆ ਗਿਆ ਕਿਉਂਕਿ ਬਹੁਤ ਸਾਰੇ ਸ਼ੋਰਟ ਕਮਿੰਗਸ ਦੇਖਣ ਨੂੰ ਮਿਲਦੇ ਸੀ ਸਾਨੂੰ, ਬਹੁਤ ਸਾਰੇ ਸ਼ੋਰਟ ਕਮਿੰਗਸ ਦੇਖਣ ਨੂੰ ਮਿਲਦੇ ਸਨ। ਜਿਵੇਂ ਜੇ ਮੈਂ ਗੱਲ ਕਰਾਂ ਕਲੀਅਰੈਂਸ ਨੂੰ ਲੈ ਕੇ, ਹੈ ਨਾ, ਵਰਲਡ ਕਲਾਸ ਇਨਫਰਾਸਟਰਕਚਰ ਨੂੰ ਲੈ ਕੇ, ਜੇ ਆਪਾਂ ਗੱਲ ਕਰੀਏ ਫਿਜ਼ੀਕਲ ਰੈਜੀਮੀ ਨੂੰ ਲੈ ਕੇ, ਇਹ ਕਾਫੀ ਤਰੀਕੇ ਦੇ ਮਤਲਬ ਸਾਨੂੰ ਸ਼ੋਰਟ ਕਮਿੰਗਸ ਦੇਖਣ ਨੂੰ ਮਿਲਦੇ ਸੀ, ਲਿਮਿਟੇਸ਼ਨ ਦੇਖਣ ਨੂੰ ਮਿਲਦੀਆਂ ਸੀ, ਫੋਰਨ ਇਨਵੈਸਟਮੈਂਟ ਨਹੀਂ ਦੇਖਣ ਨੂੰ ਮਿਲਦੀ ਸੀ। ਤਾਂ ਇਸ ਲਈ ਕੁਝ ਪ੍ਰੋਸੈਸਿੰਗ ਜ਼ੋਨ ਬਣਾਏ ਗਏ, ਸਪੈਸ਼ਲ ਧਿਆਨ 'ਚ ਰੱਖ ਕੇ ਕੁਝ ਐਸੇ ਏਰੀਆ ਸਟੈਬਲਿਸ਼ ਕੀਤੇ ਗਏ ਜਿੱਥੇ ਇਸ ਤਰ੍ਹਾਂ ਦੀ ਐਕਟੀਵਿਟੀ ਹੋਏਗੀ ਅਤੇ ਵਰਲਡ ਕਲਾਸ ਇਨਫਰਾਸਟਰਕਚਰ ਵੀ ਆਏਗਾ, ਅਤੇ ਅਲੱਗ-ਅਲੱਗ ਜਿਹੜੇ ਆਪਣੇ ਮਤਲਬ ਸਾਡੀ ਜਿਹੜੀ ਸ਼ੋਰਟ ਕਮਿੰਗ ਸੀ ਉਹਨਾਂ ਨੂੰ ਆਪਾਂ ਦੂਰ ਵੀ ਕਰ ਪਾਵਾਂਗੇ। ਉਸ ਤੋਂ ਬਾਅਦ ਅੱਗੇ ਦੇਖੋ, ਕਹਿੰਦੇ ਵਟ ਇਜ਼ ਦ ਮੀਨਿੰਗ ਆਫ ਈ ਇਨ ਦਾ ਸਪੈਸ਼ਲ ਇਕਨੋਮਿਕ ਜ਼ੋਨ। ਮੈਂ ਫਿਰ ਪੂਰਾ ਹੀ ਬੋਲਤਾ, ਚਲੋ ਤੁਹਾਨੂੰ ਪਤਾ ਹੀ ਲੱਗ ਗਿਆ ਉਰੇ ਬੀ ਦਾ ਕੀ ਮਤਲਬ ਹੋ ਗਿਆ, ਸਪੈਸ਼ਲ ਇਕਨੋਮਿਕ ਜ਼ੋਨ, ਯਾਨੀ ਕਿ ਈ ਦਾ ਮਤਲਬ ਇਕਨੋਮਿਕ। ਦੈਨ ਇਹ ਕੀ ਹੁੰਦੇ ਨੇ? ਜਿਵੇਂ ਆਪਾਂ ਐਕਸਪੋਰਟ ਪ੍ਰੋਸੈਸਿੰਗ ਜ਼ੋਨ ਹੁੰਦੇ ਨੇ, ਇਵੇਂ ਸਪੈਸ਼ਲ ਇਕਨੋਮਿਕ ਜ਼ੋਨ ਹੁੰਦੇ ਨੇ। ਇਹ ਚਾਹੁੰਦੇ ਕੀ ਹੈ ਗੌਰਮੈਂਟ, ਇਸ ਤਰ੍ਹਾਂ ਦੇ ਜ਼ੋਨਸ ਬਣਾਏ ਜਾਂਦੇ ਨੇ ਤਾਂ ਕਿ ਜਿਹੜਾ ਵੀ ਇਸ ਜ਼ੋਨ ਦੇ ਅੰਦਰ ਕੰਮ ਕਰੇਗਾ ਉਹਨਾਂ ਨੂੰ ਅਸੀਂ ਕੁਝ ਰਿਬੇਟ ਦੇਵਾਂਗੇ, ਕੁਝ ਇਨਸੈਂਟਿਵਸ ਦੇਵਾਂਗੇ, ਉਹਨਾਂ ਨੂੰ ਟੈਕਸ ਘੱਟ ਭਰਨਾ ਪਏਗਾ, ਉਹਨਾਂ ਦੀ ਕਸਟਮ ਡਿਊਟੀ ਘੱਟ ਹੋਏਗੀ, ਉਹਨਾਂ ਦੀ ਕਲੀਅਰੈਂਸ ਘੱਟ ਹੋਏਗੀ, ਤਾਂ ਕਿ ਉਹ ਆਪਣੀ ਬਿਜ਼ਨਸ ਐਕਟੀਵਿਟੀ ਨੂੰ ਵਧਾ ਸਕਣ, ਵੱਧ ਤੋਂ ਵੱਧ ਐਕਸਪੋਰਟ ਕਰ ਸਕਣ। ਐਕਸਪੋਰਟ ਵੀ ਕਰਨਗੇ, ਵੱਧ ਤੋਂ ਵੱਧ ਉਸ ਏਰੀਆ ਨੂੰ ਵੀ ਫਾਇਦਾ ਦੇਣਗੇ, ਓਵਰਆਲ ਇੰਡੀਆ ਦੀ GDP 'ਚ ਵੀ ਵਾਧਾ ਕਰਨਗੇ। ਤਾਂ ਇਸ ਤਰ੍ਹਾਂ ਦੇ ਕੁਝ ਸਪੈਸ਼ਲ ਇਕਨੋਮਿਕ ਜ਼ੋਨ ਬਣਾਏ ਜਾਂਦੇ ਨੇ। ਉਸ ਤੋਂ ਬਾਅਦ ਅੱਗੇ ਦੇਖੋ ਅਗਲਾ ਕੁਐਸਚਨ, ਬੈਂਕ ਆਰ ਕਲਾਸੀਫਾਈਡ, ਸੌਰੀ ਮਾਫ ਕਰਨਾ, ਬੈਂਕਸ ਆਰ ਰਿਕੁਆਇਰਡ ਟੂ ਕਲਾਸੀਫਾਈ NPA ਫਰਦਰ ਇਨਟੂ ਦ ਕੈਟਾਗਰੀਜ਼ ਬੇਸਡ ਔਨ ਦ ਪੀਰੀਅਡ ਫॉर ਵਿਚ ਦੀ ਐਸਟ ਹੈਜ਼ ਰਿਮੇਨ ਨੋਨ ਪਰਫੋਰਮਿੰਗ ਐਂਡ ਡਿਸੇਬਿਲਿਟੀ ਆਫ ਦੀ ਡਿਊਜ਼। ਹੁਣ ਤੁਸੀਂ ਮੈਨੂੰ ਦੱਸੋ ਇਹਦਾ ਕੀ ਆਨਸਰ ਹੋਏਗਾ। ਇਹ ਤੁਹਾਨੂੰ ਮੈਂ ਕਰਾਇਆ ਹੋਇਆ, NPA ਨੂੰ ਕਲਾਸੀਫਾਈ ਕੀਤਾ ਸੀ, ਹੈ ਨਾ, ਤੁਹਾਨੂੰ ਮੈਂ ਸਮਝਾਇਆ ਸੀ ਕਿ ਅੱਗੇ ਵੀ NPA ਨੂੰ ਕਲਾਸੀਫਾਈ ਕੀਤਾ ਹੋਇਆ। ਆਪਾਂ ਸਿੰਪਲ ਕਿਸੇ ਵੀ ਲੋਨ ਨੂੰ NPA ਨਹੀਂ ਕਹਿ ਦਿੰਦੇ, ਉਸ ਨੂੰ ਆਪਾਂ ਨੂੰ ਅੱਗੇ ਕਲਾਸੀਫਾਈ ਕਰਨਾ ਪੈਂਦਾ। ਤਾਂ ਤੁਸੀਂ ਮੈਨੂੰ ਇਹ ਦੱਸੋ, ਜਦੋਂ ਤੁਹਾਨੂੰ ਮੈਂ ਪੜ੍ਹਾਇਆ ਸੀ ਕਿੰਨੇ ਤਰ੍ਹਾਂ ਦੇ ਸਾਨੂੰ ਇਹਨਾਂ ਦੇ ਮਤਲਬ ਟਾਈਪਸ ਦੇਖਣ ਨੂੰ ਮਿਲਦੇ NPA ਦੇ, ਜਦੋਂ ਆਪਾਂ ਉਹਨਾਂ ਨੂੰ ਕੈਟਾਗਰੀ 'ਚ ਵੰਡਿਆ ਸੀ ਕਿੰਨੀਆਂ ਕੈਟਾਗਰੀ ਦੇਖਣ ਨੂੰ ਮਿਲਦੀਆਂ? 1 4 3 2 6। ਦੱਸੋ ਮੈਨੂੰ ਇਹਦੇ ਸਾਨੂੰ ਕਿੰਨੀਆਂ ਕਲਾਸੀਫਾਈ ਦੇਖਣ ਨੂੰ ਮਿਲਦੀਆਂ? ਦੱਸੋ। 3 ਦੇਖਣ ਨੂੰ ਮਿਲਦੀਆਂ। ਡਨ। ਆਪਣੀਆਂ 3 ਦੇਖਣ ਨੂੰ ਮਿਲਦੀਆਂ। ਇੱਕ ਹੁੰਦੀ ਹੈ ਸਬਸਟੈਂਡਰਡ ਐਸੈਟਸ, ਠੀਕ ਹੈ, NPA ਨੂੰ ਆਪਾਂ ਅੱਗੇ ਕਲਾਸੀਫਾਈ ਕਰਦੇ ਹਾਂ ਸਬਸਟੈਂਡਰਡ ਐਸੈਟ ਵਿੱਚ। ਫਿਰ ਡਾਊਟਫੁਲ ਐਸੈਟ,
ਤੀਜੀ ਸਟੇਜ ਹੁੰਦੀ ਹੈ ਲੋਸ ਐਸਿਡ, ਠੀਕ ਹੈ। ਪਹਿਲਾਂ ਸਬਸਟੈਂਡਰਡ ਐਸਿਡ ਵਿੱਚ ਲੋਨਸ ਹੁੰਦੇ ਨੇ, ਉਸ ਵਿੱਚ ਜੇ ਉਹ ਪਰਫਾਰਮੈਂਸ ਨਹੀਂ ਕਰਦੇ ਫਿਰ ਡਾਊਟਫੁਲ ਐਸਿਡ 'ਚ ਜਾਉਂਦੇ ਨੇ, ਫਿਰ ਲੋਸ ਐਸਿਡ 'ਚ ਜਾਉਂਦੇ ਨੇ। ਇਸ ਤੋਂ ਜ਼ਿਆਦਾ ਐਕਸਪਲੇਨ ਨਹੀਂ ਕਰਾਂਗਾ, ਤੁਹਾਨੂੰ ਲੈਕਚਰ ਦੇਖਣਾ ਪਏਗਾ। ਉਸ ਤੋਂ ਬਾਅਦ ਵਿੱਚ ਅਮੰਗ ਦਾ ਫੋਲੋਇੰਗ ਆਰ ਦੀ ਨੋਟ ਦੀ ਕੈਟਾਗਰੀਜ਼ ਆਫ ਦੀ NPI। ਹੁਣ ਤੁਸੀਂ ਮੈਨੂੰ ਦੱਸ ਹੀ ਸਕਦੇ ਹੋ ਉਸ 'ਚ ਕਿਹੜੀ ਐਸੀ ਕੈਟਾਗਰੀ NPI ਦੀ ਨਹੀਂ ਹੈ। ਜਦੋਂ ਆਪਾਂ ਨੂੰ ਕਲਾਸੀਫਾਈ ਕਰਦੇ ਹਾਂ ਤਾਂ ਉਸ ਵਿੱਚ ਐਸੀ ਕਿਹੜੀ ਕੈਟਾਗਰੀ ਹੈ ਜੋ NPI ਦਾ ਪਾਰਟ ਨਹੀਂ ਬਣਦੀ, ਦੱਸੋ। ਇਹਦਾ ਆਂਸਰ ਤੁਸੀਂ ਮੈਨੂੰ ਖੁਦ ਦੱਸਣਾ, ਇਹਦਾ ਆਂਸਰ ਮੈਂ ਨਹੀਂ ਦੱਸਾਂਗਾ। ਅਗਲਾ ਦੱਸੋ, PMMY was launched on 8 April 2015 by the Honorable Prime Minister Narendra Modi ji. What is the full form of PMMY? ਦੱਸੋ ਮੈਨੂੰ, ਇਹ ਵੀ ਤੁਹਾਨੂੰ ਮੈਂ ਕਰਾ ਚੁੱਕਾ। PMMY ਯਾਨੀ ਕਿ ਇੱਕ ਤਰ੍ਹਾਂ ਦੀ ਯੋਜਨਾ ਹੈ ਨਾ, ਇਹ ਤੁਹਾਨੂੰ ਪਤਾ ਲੱਗ ਗਿਆ। ਬਟ ਇਹ ਦੀ ਫੁੱਲ ਫॉर्म क्या है? PMMY ਦੀ ਫੁੱਲ ਫॉर्म क्या है? ਦੱਸੋ ਮੈਨੂੰ। ਇਹਦਾ ਆਂਸਰ ਕੀ ਆ ਜਾਏਗਾ ਆਪਣਾ, ਦੱਸੋ ਮੈਨੂੰ, ਪ੍ਰਧਾਨ ਮੰਤਰੀ ਮੁਦਰਾ ਯੋਜਨਾ। ਸੀ ਆਪਸ਼ਨ ਆ ਜਾਏਗਾ ਆਪਣਾ, ਪ੍ਰਧਾਨ ਮੰਤਰੀ ਮੁਦਰਾ ਯੋਜਨਾ। ਇਹ ਤੁਹਾਨੂੰ ਮੈਂ ਕਰਾ ਚੁੱਕਾ ਵੈਸੇ ਵੀ। ਮੁਦਰਾ ਗਿਵਸ ਲੋਨ ਇਨ ਹਾਊ ਮੈਨੀ ਕੈਟਾਗਰੀਜ਼, ਇਹ ਵੀ ਤੁਹਾਨੂੰ ਮੈਂ ਕਰਾਇਆ ਹੋਇਆ। ਮੈਨੂੰ ਦੱਸੋ ਕਿੰਨੇ ਕੈਟਾਗਰੀ 'ਚ ਜਿਹੜਾ ਮੁਦਰਾ ਲੋਨ ਮਿਲਦਾ, ਮਤਲਬ ਡਿਵਾਈਡ ਕੀਤਾ ਹੋਇਆ ਨਾ, ਇੰਨੇ ਤੋਂ ਇੰਨੇ ਲੱਖ ਵਿੱਚ ਇਹ ਕੈਟਾਗਰੀ ਹੋਏਗੀ, ਇੰਨੇ ਤੋਂ ਇੰਨੇ ਲੱਖ ਵਿੱਚ ਇਹ ਕੈਟਾਗਰੀ ਹੋਏਗੀ। ਕਿੰਨੀਆਂ ਕੈਟਾਗਰੀਆਂ ਟੋਟਲ? 2 ਨੇ, 4 ਨੇ, 1 ਨੇ, 3 ਹੈ, 6 ਹੈ, ਦੱਸੋ। ਇਹਦਾ ਆਂਸਰ ਕੀ ਆ ਜਾਏਗਾ ਆਪਣਾ, 3 ਕੈਟਾਗਰੀ ਨੇ, ਸ਼ਿਸ਼ੂ, ਕਿਸ਼ੋਰ ਤੇ ਤਰੁਣ। ਸ਼ਿਸ਼ੂ ਵਿੱਚ ਵੀ ਇੱਕ ਟਾਈਪ ਦਿੱਤੀ ਹੋਈ ਹੈ, ਯਾਨੀ ਕਿ ਅਮਾਊਂਟ ਦਿੱਤੀ ਹੋਈ ਹੈ, ਉੱਥੇ ਤੱਕ ਤੁਸੀਂ ਸ਼ਿਸ਼ੂ ਵਿੱਚ ਲੋਨ ਲੈ ਸਕਦੇ ਹੋ। ਫਿਰ ਕਿਸ਼ੋਰ 'ਚ ਵੀ ਦਿੱਤੀ ਹੋਈ ਹੈ, ਤਰੁਣ 'ਚ ਵੀ ਦਿੱਤੀ ਹੋਈ ਹੈ। ਇਹ ਤੁਸੀਂ ਮੈਨੂੰ ਦੱਸਣਾ ਸ਼ਿਸ਼ੂ, ਤਰੁਣ ਤੇ ਕਿਸ਼ੋਰ ਵਿੱਚ ਕਿਹੜੀ ਕਿਹੜੀ ਲਿਮਿਟ ਦਿੱਤੀ ਹੋਈ ਹੈ। ਅਗਲਾ ਦੱਸੋ, ਵਿਚ ਅਮੰਗ ਦਾ ਫੋਲੋਇੰਗਸ ਨੋਟ ਦਾ ਲੋਨ ਕੈਟਾਗਰੀ ਉਹ ਮੁਦਰਾ ਬੈਂਕ। ਹੁਣ ਇਹ ਤੁਹਾਡੇ ਲਈ ਤੁਹਾਨੂੰ ਉੱਪਰ ਐਕਸਪਲੇਨ ਕਰ ਚੁੱਕਾ, ਇਹਦਾ ਆਂਸਰ ਤੁਸੀਂ ਆਰਾਮ ਨਾਲ ਦੇ ਸਕਦੇ ਹੋ। ਇਹ ਅੱਗੇ ਆਪਾਂ ਕੰਟੀਨਿਊ ਕਰਦੇ ਹਾਂ। Special Economic Zone policy was announced in with the objective of making the Special Economic Zone an engine for economic growth, supported by quality infrastructure, effective physical package, both the central and state level with the single window clearance। ਦੱਸੋ ਮੈਨੂੰ ਕਿ ਜਿਹੜਾ ਸਪੈਸ਼ਲ ਇਕਨੋਮਿਕ ਜ਼ੋਨ ਪੋਲਿਸੀ ਆਈ ਸੀ, ਇਹ ਕਿਹੜੇ ਸਨ ਵਿੱਚ ਆਈ ਸੀ ਤੇ ਕਿਸ ਮੰਥ ਵਿੱਚ ਆਈ ਸੀ। ਮੈਂ ਤੁਹਾਨੂੰ ਦੱਸ ਚੁੱਕਾ ਸਪੈਸ਼ਲ ਇਕਨੋਮਿਕ ਜ਼ੋਨ ਕਿਆ ਹੁੰਦਾ ਹੈ। ਇਹ ਐਸਾ ਕੁਐਸਚਨ ਹੈ ਜੋ ਤੁਹਾਨੂੰ ਰੱਟਣਾ ਹੀ ਪਏਗਾ, ਦੱਸੋ। ਇਹਦਾ ਆਂਸਰ ਕੀ ਆ ਜਾਏਗਾ ਆਪਣਾ, ਅਪ੍ਰੈਲ 2000। ਡਨ। ਉਸ ਤੋਂ ਬਾਅਦ ਮੇਨ ਓਬਜੈਕਟਿਵ ਕੀ ਹੈ ਸਪੈਸ਼ਲ ਇਕਨੋਮਿਕ ਜ਼ੋਨ ਦਾ, ਹੁਣ ਤੁਸੀਂ ਮੈਨੂੰ ਖੁਦ ਦੱਸ ਸਕਦੇ ਹੋ ਇਹਦਾ ਮੇਨ ਓਬਜੈਕਟਿਵ ਕਿਆ ਹੋਏਗਾ। ਈ ਆਪਸ਼ਨ, ਠੀਕ ਹੈ। ਜਨਰੇਸ਼ਨ ਆਫ ਐਡੀਸ਼ਨਲ ਇਕਨੋਮਿਕ ਐਕਟੀਵਿਟੀ ਇੱਕ ਤਰ੍ਹਾਂ ਦਾ ਇੱਕ ਓਬਜੈਕਟਿਵ ਹੋ ਸਕਦਾ ਹੈ। ਉਸ ਤੋਂ ਬਾਅਦ ਆਪਾਂ ਐਕਸਪੋਰਟ ਨੂੰ ਪ੍ਰਮੋਟ ਕਰ ਸਕਦੇ ਹਾਂ, ਵਨ ਆਫ ਦੇ ਓਬਜੈਕਟਿਵ ਹੋ ਸਕਦਾ ਹੈ। ਆਪਾਂ ਇਨਵੈਸਟਮੈਂਟ ਨੂੰ ਪ੍ਰਮੋਟ ਕਰ ਸਕਦੇ ਹਾਂ, ਇੰਪਲੋਇਮੈਂਟ ਕ੍ਰੀਏਟ ਕਰ ਸਕਦੇ ਹਾਂ। ਇਸ ਚਾਰੋਂ ਓਬਜੈਕਟਿਵ ਨੇ। ਤੁਸੀਂ ਇਸ ਦੇ ਟੈਕਨੀਕਲ ਟਰਮ ਤੋਂ ਕੋਈ ਵੀ ਇਹ ਨਾ ਸੋਚਣਾ ਕਿ ਬਹੁਤ ਔਖਾ ਹੈ ਸਪੈਸ਼ਲ ਇਕਨੋਮਿਕ ਜ਼ੋਨ, ਐਸਾ ਕੁਛ ਨਹੀਂ ਹੈ। ਤੁਸੀਂ ਇਹ ਦੇਖੋ, ਜਿਵੇਂ ਆਪਾਂ ਨੂੰ ਸੰਡੇ ਮਾਰਕੀਟ ਲੱਗਦੀ ਹੈ ਨਾ, ਸੰਡੇ ਮਾਰਕੀਟ ਦੇਖਣ ਨੂੰ ਮਿਲਦੀ ਹੈ, ਉਹ ਇੱਕ ਮਤਲਬ ਆਪਾਂ ਨੂੰ ਇਨਫੋਰਮਲ ਵਿੱਚ ਦੇਖਣ ਨੂੰ ਮਿਲਦੀ ਹੈ। ਇਸੇ ਤਰੀਕੇ ਦਾ ਇੱਕ ਸਪੈਸ਼ਲ ਇਕਨੋਮਿਕ ਜ਼ੋਨ ਬਣਾਇਆ ਜਾਂਦਾ ਇੱਕ ਪਰਟੀਕੂਲਰ ਇੰਡਸਟਰੀ ਲਈ, ਟੈਕਸਟਾਈਲ ਇੰਡਸਟਰੀ ਲਈ, ਠੀਕ ਹੈ, ਆਇਰਨ ਇੰਡਸਟਰੀ ਲਈ, ਸ਼ੂਜ਼ ਇੰਡਸਟਰੀ ਲਈ ਇੱਕ ਤਰ੍ਹਾਂ ਦਾ ਪਰਟੀਕੂਲਰ ਇੰਡਸਟਰੀ ਬਣਾਈ ਜਾਂਦੀ ਹੈ। ਉਸ ਵਿੱਚ ਅਲੱਗ-ਅਲੱਗ ਵਪਾਰੀ ਆ ਕੇ ਉੱਥੇ ਆਪਣੇ ਵਪਾਰ ਖੋਲ੍ਹਦੇ ਨੇ। ਤਾਂ ਉਹਨਾਂ ਲੋਕਾਂ ਨੂੰ ਗੌਰਮੈਂਟ ਵੱਲੋਂ ਕੁਝ ਇਨਸੈਂਟਿਵ ਪ੍ਰੋਵਾਈਡ ਕੀਤੇ ਜਾਂਦੇ ਨੇ, ਠੀਕ ਹੈ। ਉਹਨਾਂ ਨੂੰ ਮਤਲਬ ਗੌਰਮੈਂਟ ਵੱਲੋਂ ਕੁਝ ਫਿਜ਼ੀਕਲ ਇਨਸੈਂਟਿਵ ਦਿੱਤਾ ਜਾਂਦਾ, ਪੈਕੇਜ ਦਿੱਤੇ ਜਾਂਦੇ ਨੇ ਤਾਂ ਕਿ ਤੁਸੀਂ ਆਪਣੀ ਉਰੇ ਇਕਨੋਮਿਕ ਗਰੋਥ ਦੀ ਐਕਟੀਵਿਟੀ ਨੂੰ ਵਧਾਓ। ਜਿਵੇਂ ਅੱਜ ਕੱਲ੍ਹ ਫੂਡ ਪ੍ਰੋਸੈਸਿੰਗ ਇੰਡਸਟਰੀ ਬਹੁਤ ਅੱਛੀ ਚੱਲ ਰਹੀ ਹੈ। ਹੁਣ ਗੌਰਮੈਂਟ ਚਾਹੁੰਦੀ ਹੈ ਕਿ ਫੂਡ ਪ੍ਰੋਸੈਸਿੰਗ ਇੰਡਸਟਰੀ ਨੂੰ ਅੱਗੇ ਵਧਾਇਆ ਜਾਵੇ, ਤਾਂ ਇਸ ਲਈ ਕੁਝ ਸਪੈਸ਼ਲ ਇਕਨੋਮਿਕ ਜ਼ੋਨ ਵੀ ਬਣਾਏ ਜਾ ਸਕਦੇ ਨੇ। ਵੈਸੇ ਉਸ ਤੋਂ ਇਲਾਵਾ ਵੀ ਆਲਰੇਡੀ ਜਿਹੜੀ ਸਾਡੀ ਇੰਡਸਟਰੀਆਂ ਇਸਟੈਬਲਿਸ਼ ਨੇ, ਉਹਨਾਂ ਨੂੰ ਹੋਰ ਅੱਛਾ ਕਰਨ ਲਈ ਆਲਰੇਡੀ ਸਪੈਸ਼ਲ ਇਕਨੋਮਿਕ ਜ਼ੋਨ ਬਣ ਰਹੇ ਨੇ। ਮੈਂ ਇੱਕ ਐਗਜ਼ਾਮਪਲ ਲਿੱਤੀ ਫੂਡ ਪ੍ਰੋਸੈਸਿੰਗ ਇੰਡਸਟਰੀ ਦੀ, ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ ਅਤੇ ਸਮਝ ਸਕਦੇ ਹੋ ਕਿ ਉਹਨਾਂ ਫੂਡ ਪ੍ਰੋਸੈਸਿੰਗ ਇੰਡਸਟਰੀ ਨੂੰ ਗਰੋਥ ਲਈ ਗੌਰਮੈਂਟ ਚਾਹਵੇ ਤਾਂ ਬੜਾ ਕੁਝ ਕਰ ਸਕਦੀ ਹੈ। ਉਹ ਜਿਹੜਾ ਬੜਾ ਕੁਝ ਕਰਨਾ ਚਾਹੁੰਦੀ ਹੈ ਉਹ ਇੱਕ ਜ਼ੋਨ ਵਿੱਚ ਕਰਦੀ ਹੈ। ਜ਼ੋਨ ਮਤਲਬ ਇੱਕ ਪਰਟੀਕੂਲਰ ਏਰੀਆ ਲਈ ਕਰੇਗੀ, ਆਲ ਓਵਰ ਇੰਡੀਆ ਲਈ ਨਹੀਂ ਕਰੇਗੀ। ਹਰੇਕ ਕਿਸੇ ਨੂੰ ਇਨਸੈਂਟਿਵ ਨਹੀਂ ਦੇਗੀ, ਹਰੇਕ ਕਿਸੇ ਨੂੰ ਰਿਬੇਟ ਨਹੀਂ ਦੇਗੀ। ਜੋ ਉਸ ਪਰਟੀਕੂਲਰ ਇੰਡਸਟਰੀ ਦਾ ਪਾਰਟ ਬਣੇਗਾ, ਕੰਮ ਸਟਾਰਟ ਕਰੇਗਾ, ਆਪਣੀ ਐਕਟੀਵਿਟੀ ਕਰੇਗਾ, ਜੋ ਇਕਨੋਮਿਕ ਗਰੋਥ ਵਿੱਚ ਵਾਧਾ ਕਰੇਗਾ, ਉਸ ਨੂੰ ਗੌਰਮੈਂਟ ਹੈਲਪਫੁਲ ਹੋਏਗੀ। ਤਾਂ ਉਹ ਇੱਕ ਤਰ੍ਹਾਂ ਦਾ ਇੱਕ ਜ਼ੋਨ ਬਣਾਇਆ ਜਾਂਦਾ ਸਪੈਸ਼ਲ ਇਕਨੋਮਿਕਲ ਜ਼ੋਨ, ਓਕੇ। ਉਸ ਤੋਂ ਬਾਅਦ ਅਗਲਾ ਦੇਖੋ, ਵਿਦ ਇਫੈਕਟ ਫਰੋਮ ਦੀ 31 ਮਾਰਚ 2005 ਆ ਵੁੱਡ ਬੀ ਅ ਵਨ ਵਿਚ ਹੈਜ਼ ਬੀਨ ਰਿਮੇਨਡ NPA ਫॉर ਪੀਰੀਅਡ ਲੈਸ ਦੈਨ ਇਕੁਅਲ ਟੂ 12 ਮੰਥ। ਹੁਣ ਤੁਸੀਂ ਮੈਨੂੰ ਦੱਸੋ ਇਹਦਾ ਕਿਆ ਮਤਲਬ ਹੋਇਆ, ਇਹ ਮੈਂ ਤੁਹਾਨੂੰ ਆਲਰੇਡੀ ਸਮਝਾ ਚੁੱਕਾ। ਆਪਸ਼ਨ ਪੜ੍ਹੋ ਆਪ। ਇਹਦਾ ਆਂਸਰ ਕੀ ਆਏਗਾ, ਏ ਆਪਸ਼ਨ। ਉਰੇ ਮੈਂ ਕੁਝ ਨਹੀਂ ਸਮਝਾਵਾਂਗਾ, ਤੁਹਾਨੂੰ ਸਮਝਾ ਚੁੱਕਾ ਮੈਂ। ਜਿੱਥੇ ਮੈਨੂੰ ਸਮਝਾਉਣ ਦੀ ਲੋੜ ਹੈ ਮੈਂ ਉੱਥੇ ਸਮਝਾ ਰਿਹਾ। With the effect from 31 March 2005, an asset will be classified if it is remained in the substandard category for the period of 12 months। ਦੱਸੋ ਇਹਦਾ ਕੀ ਆਂਸਰ ਹੋਏਗਾ। 11 ਦਾ ਤਾਂ ਦੱਸੋ ਆਂਸਰ, ਤੁਸੀਂ ਖੁਦ ਦੱਸਣਾ ਮੈਨੂੰ, ਇਹ ਤੁਹਾਡੇ ਲਈ ਹੋਮਵਰਕ ਹੈ। ਅਗਲਾ ਕੁਐਸਚਨ, ਵਟ ਇਜ਼ ਦਾ ਫਾਈਨੈਂਸ਼ੀਅਲ ਲਿਮਿਟ ਅੰਡਰ ਮੁਦਰਾ ਸ਼ਿਸ਼ੂ ਸਕੀਮ। ਹੁਣ ਤੁਸੀਂ ਮੈਨੂੰ ਖੁਦ ਦੱਸੋ ਕਿੰਨੀ ਲਿਮਿਟ ਦਿੱਤੀ ਹੋਈ ਹੈ ਸ਼ਿਸ਼ੂ ਦੇ ਅੰਦਰ, 50,000, ਠੀਕ ਹੈ। ਵਟ ਇਜ਼ ਦਾ ਫਾਈਨੈਂਸ਼ੀਅਲ ਲਿਮਿਟ ਅੰਡਰ ਦੀ ਮੁਦਰਾ ਕਿਸ਼ੋਰ ਸਕੀਮ, ਕਿਸ਼ੋਰ 'ਚ ਕਿੰਨੀ ਲਿਮਿਟ ਦਿੱਤੀ ਹੋਈ ਹੈ ਮੈਨੂੰ ਦੱਸੋ। 50,000 ਤੋਂ 5 ਲੱਖ। ਅਗਲਾ ਕੁਐਸਚਨ,
ਵਿਚ ਅਮੰਗ ਦਾ ਫੋਲੋਇੰਗ ਇਨਸੈਂਟਿਵਸ ਐਂਡ ਫੈਸਿਲਿਟੀਜ਼ ਆਫਰ ਟੂ ਦ ਸਪੈਸ਼ਲ ਇਕਨੋਮਿਕ ਜ਼ੋਨ ਇਜ਼ ਨੋਟ ਕਰੈਕਟ। ਦੈਨ ਜੋ ਸਪੈਸ਼ਲ ਇਕਨੋਮਿਕ ਜ਼ੋਨ ਨੂੰ ਕੁਝ ਫੈਸਿਲਿਟੀ ਪ੍ਰੋਵਾਈਡ ਕੀਤੀ ਜਾਂਦੀ ਆ, ਇਹਨਾਂ ਚਾਰਾਂ ਵਿੱਚ ਅਸੀਂ ਕਿਹੜੀ ਫੈਸਿਲਿਟੀ ਹੈ ਜੋ ਨਹੀਂ ਪ੍ਰੋਵਾਈਡ ਕੀਤੀ ਜਾਂਦੀ, ਇਸਦਾ ਮਤਲਬ ਉਹ ਗਲਤ ਫੈਸਿਲਿਟੀ ਹੈ। ਮਤਲਬ ਗਲਤ ਇਸ ਕੁਐਸਚਨ ਵਿੱਚ ਗਲਤ ਫੈਸਿਲਿਟੀ ਦੀ ਗੱਲ ਕੀਤੀ ਹੋਈ ਹੈ, ਜੋ ਸਪੈਸ਼ਲ ਇਕਨੋਮਿਕ ਜ਼ੋਨ ਐਕਚੁਅਲ ਵਿੱਚ ਪ੍ਰੋਵਾਈਡ ਨਹੀਂ ਕੀਤੀ ਜਾਂਦੀ, ਆਫਰ ਨਹੀਂ ਕੀਤੀ ਜਾਂਦੀ। ਦੱਸੋ ਮੈਨੂੰ ਕਿਹੜੀ ਐਸੀ ਫੈਸਿਲਿਟੀ ਹੋ ਸਕਦੀ ਹੈ, ਖੁਦ ਪੜ੍ਹੋ। ਠੀਕ ਹੈ, ਗੌਰਮੈਂਟ ਚਾਹਵੇ ਤੁਹਾਨੂੰ ਫ੍ਰੀ ਇੰਪੋਰਟ ਐਕਸਪੋਰਟ ਦੀ ਜਿਹੜੀ ਡਿਊਟੀ ਹੈ ਉਹ ਤੁਹਾਨੂੰ ਫ੍ਰੀ ਕਰ ਸਕਦੀ ਹੈ, ਕਸਟਮ ਡਿਊਟੀ ਐਕਸਾਈਜ਼ ਡਿਊਟੀ ਤੋਂ ਤੁਹਾਨੂੰ ਬਚਾਇਆ ਜਾ ਸਕਦਾ ਹੈ, ਬਟ ਗੌਰਮੈਂਟ ਕਦੇ ਵੀ ਤੁਹਾਨੂੰ ਸੇਲ ਟੈਕਸ ਤੋਂ ਨਹੀਂ ਬਚਾਏਗੀ। ਠੀਕ ਹੈ, ਅਦਰ ਲੈਵਲਸ ਤੋਂ ਨਹੀਂ ਬਚਾਏਗੀ। ਬਾਕੀ ਚਾਹਵੇ ਤਾਂ ਤੁਹਾਡੇ ਉੱਪਰ ਜਿਹੜਾ ਮਿਨੀਮਮ ਅਲਟਰਨੇਟ ਟੈਕਸ ਹੈ ਉਸ ਨੂੰ ਬਚਾ ਸਕਦੀ ਹੈ। ਠੀਕ ਹੈ, ਉਸ ਤੋਂ ਇਲਾਵਾ ਜੇ ਚਾਹਵੇ ਤਾਂ ਉਹ ਤੁਹਾਡੇ ਉੱਪਰ ਇਨਕਮ ਟੈਕਸ ਐਗਜ਼ੈਂਪਸ਼ਨ ਕਰ ਸਕਦੀ ਹੈ, ਬਟ ਸੇਲ ਟੈਕਸ ਇੱਕ ਐਸੀ ਚੀਜ਼ ਹੈ ਜੋ ਗੌਰਮੈਂਟ ਦਾ ਪੱਕਾ ਰੈਵਨਿਊ ਹੈ, ਉਸ ਨੂੰ ਕਦੇ ਵੀ ਮਤਲਬ ਇੱਕ ਤਰੀਕੇ ਨਾਲ ਉਹ ਐਸਾ ਆਫਰ ਨਹੀਂ ਕਰ ਸਕਦੀ। ਸਪੈਸ਼ਲ ਇਕਨੋਮਿਕ ਜ਼ੋਨ ਦੇ ਭਾਵੇਂ ਕਾਫੀ ਇੰਡਸਟਰੀਲਿਸਟ ਹੋਣ, ਉਹ ਇਸ ਤਰ੍ਹਾਂ ਦਾ ਜਿਹੜਾ ਮਤਲਬ ਆਫਰ ਹੈ ਉਹ ਨਹੀਂ ਕਰ ਸਕਦੀ। ਸਮਝ ਗਏ? ਓਕੇ, ਸੋ ਜਿੰਨਾ ਉਹ ਲਿਮਿਟ 'ਚ ਕਰ ਸਕਦੇ ਉਨਾ ਹੀ ਕਰ ਪਾਏਗੀ, ਜਿੰਨਾ ਮਤਲਬ ਰੀਜ਼ਨੇਬਲ ਹੈ। ਉਸ ਤੋਂ ਬਾਅਦ ਅਗਲਾ ਕੁਐਸਚਨ ਦੇਖੋ, ਵਟ ਇਜ਼ ਸੋਰੀ ਮਾਫ ਕਰਨਾ, is the specially delineated duty free enclave and shall be deemed to be foreign territory for the purpose of trade operation duties and tariffs। ਦੱਸੋ ਐਸੀ ਕਿਹੜੀ ਚੀਜ਼ ਹੈ ਜੋ ਇਸ ਨੂੰ ਡੈਫੀਨੇਸ਼ਨ ਵਿੱਚ ਪੂਰਾ ਕੰਪਲੀਟ ਕਰਦੀ ਹੈ। ਮੈਂ ਉਹਦੇ ਅੱਗੇ ਡੈਸ਼ ਪਾ ਦਿੰਦਾ, ਡੈਸ਼ ਇਜ਼ ਅ ਸਪੈਸ਼ਲੀ ਡਿਲੀਨੇਟਿਡ ਡਿਊਟੀ ਫ੍ਰੀ ਇਨਕਲੇਵ ਸ਼ੈਲ ਬੀ ਡੀਮ ਟੂ ਬੀ ਫੋਰਗਨ ਟੈਰੀਟਰੀ ਟੂ ਦੀ ਪਰਪਸ ਆਫ ਟ੍ਰੇਡ ਆਪਰੇਸ਼ਨ ਐਂਡ ਡਿਊਟੀਜ਼ ਐਂਡ ਟੈਰਿਫਸ। ਹੁਣੇ ਮੈਂ ਕਿੰਨੀ ਵਾਰ ਸਮਝਾ ਚੁੱਕਾ ਤੁਹਾਨੂੰ, ਇਹ ਕਿਹਦੀ ਡੈਫੀਨੇਸ਼ਨ ਦੇ ਰਹੇ ਨੇ, ਸਪੈਸ਼ਲ ਇਕਨੋਮਿਕ ਜ਼ੋਨ ਦੀ ਡੈਫੀਨੇਸ਼ਨ ਦੇ ਰਹੇ ਨੇ। Which committee has recommended the setting up the special tribunals to reduce the time to required for settling casing and accepting the recommendation of DRT were established। ਦੱਸੋ ਮੈਨੂੰ DRT ਦਾ ਕੀ ਮਤਲਬ ਹੋ ਗਿਆ, ਡੈਪਟ ਰਿਕਵਰਿੰਗ ਟ੍ਰਿਬਿਊਨਲਸ। ਓਕੇ, ਕਿਹੜੀ ਕਮੇਟੀ ਨੇ ਰਿਕਮੈਂਡ ਕੀਤਾ ਸੀ ਕਿ ਸਪੈਸ਼ਲ ਜਿਹੜਾ ਸੈਟਅਪ ਕੀਤਾ ਜਾਵੇ ਟ੍ਰਿਬਿਊਨਲਸ ਨੂੰ, ਤਾਂ ਕਿ ਆਪਾਂ ਜਿਹੜਾ ਟਾਈਮ ਹੈ ਕੇਸਿਸ ਦਾ ਉਹਨੂੰ ਹੈਂਡਲ ਕਰਨ ਦਾ, ਠੀਕ ਹੈ, ਜਿਹੜੇ ਆਪਾਂ ਨੂੰ ਪੈਸਾ ਵਾਪਸ ਨਹੀਂ ਦਿੰਦੇ, ਜਿਹੜੇ ਲੋਨ ਲੈ ਜਾਂਦੇ ਨੇ ਪੈਸਾ ਵਾਪਸ ਨਹੀਂ ਦਿੰਦੇ, ਉਹਦੇ ਜਿਹੜੇ ਕੇਸਿਸ ਹੈ ਉਹਨਾਂ ਨੂੰ ਹੈਂਡਲ ਕਰਨ ਲਈ ਇੱਕ ਸਪੈਸ਼ਲ ਟ੍ਰਿਬਿਊਨਲ ਜ਼ੋਰ ਬਣਾਇਆ ਜਾਵੇ। ਕਿਹੜੀ ਕਮੇਟੀ ਨੇ ਕਿਹਾ ਸੀ? ਇਹ ਕਿਹਾ ਸੀ ਨਰਸਿਮਨ ਕਮੇਟੀ ਨੇ, ਯਾਦ ਰੱਖਣਾ। ਠੀਕ ਹੈ, ਉਸ ਤੋਂ ਬਾਅਦ ਡੈਪਟ ਰਿਡਿਊਸ ਜਿਹੜੀ ਆਪਣੀ ਕੀ ਨਾਮ ਹੈ ਟ੍ਰਿਬਿਊਨਲ ਹੈ, ਠੀਕ ਹੈ, ਡੈਪਟ ਰਿਕਵਰੀ ਟ੍ਰਿਬਿਊਨਲ ਜਿਹੜੇ ਆਪਾਂ DRT ਕਹਿੰਦੇ ਆ, ਹੈਜ਼ ਬੀਨ ਕੌਨਸਟੀਟਿਊਟਡ ਅੰਡਰ ਸੈਕਸ਼ਨ 3 ਆਫ ਦੀ ਰਿਕਵਰੀ ਆਫ ਡੈਟਸ ਡਿਊ ਟੂ ਬੈਂਕਸ ਐਂਡ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਐਕਟ 1983। DRT ਸਟੈਂਡਸ ਫੋਰ, ਹੁਣੀ ਦੱਸ ਕੇ ਹਟਿਆ ਤੁਹਾਨੂੰ ਮੈਂ ਕਿ DRT ਨੂੰ ਲੀਗਲੀ ਇਹਨਾਂ ਨੇ ਐਕਟ ਵਿੱਚ ਇਨਕਲੂਡ ਕਰ ਦਿੱਤਾ ਗਿਆ। ਠੀਕ ਹੈ, ਸੈਕਸ਼ਨ 3 ਦਾ ਪਾਰਟ ਬਣ ਚੁੱਕਾ ਹੈ। ਤਾਂ DRT ਦੀ ਫੁੱਲ ਫਾਰਮ ਕਿਆ ਹੈ ਦੱਸੋ? ਇਹਦਾ ਆਂਸਰ ਇਹ ਆਏਗਾ ਡੈਟ ਰਿਕਵਰੀ ਟ੍ਰਿਬਿਊਨਲ। ਵਟ ਇਜ਼ ਦਾ ਫਾਈਨੈਂਸ਼ੀਅਲ ਲਿਮਿਟ ਅੰਡਰ ਮੁਦਰਾ ਤਰੁਣ ਸਕੀਮ? ਹੁਣ ਤੁਸੀਂ ਮੈਨੂੰ ਦੱਸੋ, ਇਹਦਾ ਆਂਸਰ ਆਏਗਾ ਆਪਣਾ 5 ਲੱਖ to 10 ਲੱਖ। ਹੂ ਕੈਨ ਸੈਟ ਅਪ ਦ ਸਪੈਸ਼ਲ ਇਕਨੋਮਿਕ ਜ਼ੋਨ? ਇੱਕ ਪਰਟੀਕੂਲਰ ਸਟੇਟ ਦੇ ਅੰਡਰ ਪਰਟੀਕੂਲਰ ਏਰੀਆ ਵਿੱਚ ਸਪੈਸ਼ਲ ਇਕਨੋਮਿਕ ਜ਼ੋਨ ਸਟੈਬਲਿਸ਼ ਕਰਨਾ ਆਪਾਂ ਨੇ, ਤਾਂ ਕਿ ਇੰਡਸਟਰੀਜ਼ ਨੂੰ ਆਪਾਂ ਪ੍ਰਮੋਟ ਕਰ ਸਕੀਏ, ਇਕਨੋਮਿਕ ਗਰੋਥ ਨੂੰ ਐਕਟੀਵਿਟੀ ਨੂੰ ਪ੍ਰਮੋਟ ਕਰ ਸਕੀਏ। ਦੈਨ ਤਾਂ ਉਹ ਕੌਣ ਸੈਟਅਪ ਕਰ ਸਕਦਾ? ਪ੍ਰਾਈਵੇਟ ਸੈਕਟਰ ਵੀ ਕਰ ਸਕਦਾ, ਪਬਲਿਕ ਸੈਕਟਰ ਵੀ ਕਰ ਸਕਦਾ, ਸਟੇਟ ਗੌਰਮੈਂਟ ਵੀ ਕਰ ਸਕਦੀ ਹੈ। ਸਮਝ ਗਏ? ਆਲ ਆਫ ਦੀ ਅਬਵ। ਸਕਰੂਟਨਾਈਜੇਸ਼ਨ Act 2002 is enable the banks to issue the notice to defaulters who have to pay the debt within that days। ਕਹਿੰਦੇ ਇੱਕ ਸਕਰੂਟਨਾਈਜੇਸ਼ਨ ਐਕਟ ਲਿਆਉਂਦਾ ਗਿਆ ਜਿਸ ਵਿੱਚ ਬੈਂਕਸ ਨੂੰ ਇੱਕ ਤਰ੍ਹਾਂ ਦੀ ਕੀ ਨਾਮ ਹੈ ਪਰਮਿਸ਼ਨ, ਯਾਨੀ ਕਿ ਉਹਨਾਂ ਨੂੰ ਇੱਕ ਤਰ੍ਹਾਂ ਦੀ ਪਾਵਰ ਦਿੱਤੀ ਗਈ ਕਿ ਉਹ ਨੋਟਿਸ ਭੇਜ ਸਕਦੇ ਨੇ ਉਹਨਾਂ ਡਿਫਾਲਟਰ ਨੂੰ ਜਿਨ੍ਹਾਂ ਨੇ ਆਪਣਾ ਲੋਨ ਕਿੰਨੇ ਦਿਨਾਂ 'ਚ ਪੇ ਨਹੀਂ ਕੀਤਾ। ਉਹ ਕਿੰਨੇ ਦਿਨ, ਕਿਹੜੇ ਦਿਨਾਂ ਦੀ ਗੱਲ ਕਰ ਰਿਹਾ ਹੋ ਕਿ ਇੱਕ ਲੋਨ ਦੀ ਲਿਮਿਟ ਤੋਂ ਬਾਅਦ ਉਸਨੂੰ ਨੋਟਿਸ ਭੇਜਣਾ ਪਏਗਾ, ਬੈਂਕ ਨੋਟਿਸ ਭੇਜ ਸਕਦਾ ਹੈ। ਠੀਕ ਹੈ, ਇੱਕ ਤਰ੍ਹਾਂ ਦੀ ਪਾਵਰ ਦਿੱਤੀ ਗਈ ਇਸ ਐਕਟ ਦੁਆਰਾ। ਤਾਂ ਉਹ ਦਿਨ ਪੁੱਛ ਰਿਹਾ ਕਿ ਕਿੰਨੇ ਦਿਨਾਂ ਬਾਅਦ ਉਹਨਾਂ ਨੂੰ ਨੋਟਿਸ ਭੇਜਿਆ ਜਾ ਸਕਦਾ ਡਿਫਾਲਟਰਸ ਨੂੰ। ਇਹਦਾ ਹੋ ਜਾਏਗਾ 60 ਦਿਨਾਂ ਬਾਅਦ। ਡਿਫਾਲਟਰ ਦੀ ਗੱਲ ਕਰ ਰਿਹਾ, ਨੋਰਮਲ ਦੀ। ਇਜ਼ ਵੈਸਟਡ ਡੈਸ਼ ਇਜ਼ ਵੈਸਟਡ ਵਿਦ ਰਿਸਪੋਂਸਿਬਿਲਿਟੀ ਆਫ ਕੰਡਕਟਿੰਗ ਮੋਨੀਟਰੀ ਪੋਲਿਸੀ। ਮੋਨੀਟਰੀ ਪੋਲਿਸੀ ਦੀ ਜਿਹੜੀ ਰਿਸਪੋਂਸਿਬਿਲਿਟੀ ਹੈ ਉਹ ਕਿਸ ਕੋਲ ਹੈ ਮੈਨੂੰ ਦੱਸੋ? ਇਹ ਤੁਹਾਨੂੰ ਮੈਂ ਕਰਾਇਆ ਹੋਇਆ, ਇਹ ਹੈਗੀ ਆਪਣੀ RBI ਕੋਲ। ਇਸ ਵਿੱਚ ਕੋਈ ਮਤਲਬ ਸੰਦੇਹ ਹੋਣਾ ਹੀ ਨਹੀਂ ਚਾਹੀਦਾ। In which year the Reserve Bank of India Act 1984 which amended to provide a statutory basis for the implementation of the flexible inflation target framework। ਇਹ ਵੀ ਤੁਹਾਨੂੰ ਮੈਂ ਕਰਾਇਆ ਹੋਇਆ ਕਿ ਇਨਫਲੇਸ਼ਨ ਨੂੰ ਕੰਟਰੋਲ ਕਰਨ ਲਈ ਇੱਕ ਪ੍ਰੋਪਰ ਇੱਕ ਅਮੈਂਡਡ ਕੀਤਾ ਗਿਆ ਸੀ ਆਪਣਾ RBI Act 1984, ਜਿਸ ਵਿੱਚ ਇੱਕ ਮਤਲਬ
ਇੱਕ ਈਅਰ ਨੂੰ ਆਪਾਂ ਨੇ ਇਹ ਸੋਚਿਆ ਸੀ ਕਿ ਆਪਾਂ ਇਨਫਲੇਸ਼ਨ ਨੂੰ ਆਪਾਂ ਮਤਲਬ ਕੰਟਰੋਲ ਕਰਨ ਲਈ ਆਪਾਂ ਪ੍ਰੋਪਰ ਇੱਕ ਫਲੈਕਸੀਬਲ ਇੱਕ ਤਰੀਕੇ ਦਾ ਪਰਸੈਂਟੇਜ ਲੈ ਕੇ ਚੱਲਾਂਗੇ। ਜਿਵੇਂ ਆਪਣਾ ਅੱਜ ਦਾ ਟਾਈਮ ਚੱਲ ਰਿਹਾ 2 ਤੋਂ 6% ਦੇ ਵਿੱਚ ਆਪਾਂ ਨੂੰ ਆਪਣੀ ਇਨਫਲੇਸ਼ਨ ਨੂੰ ਕੰਟਰੋਲ ਕਰਨਾ ਹੈ, ਠੀਕ ਹੈ। ਵੈਸੇ ਟਾਰਗੇਟ ਆਪਣਾ 4 ਹੈ, ਘੱਟੋ ਵੱਧ ਤੋਂ ਵੱਧ 6% ਤੱਕ ਹੋ ਸਕਦਾ, ਜਾ ਸਕਦਾ ਹੈ ਇਨਫਲੇਸ਼ਨ ਟਾਰਗੇਟ, ਅਤੇ ਘੱਟੋ ਘੱਟ 2% ਹੋ ਸਕਦਾ। ਇਸ 2 ਤੋਂ ਲੈ ਕੇ 6% ਦੇ ਪਰਸੈਂਟੇਜ ਨੂੰ ਜੋ ਆਪਾਂ ਨੇ ਡਿਸੀਜ਼ਨ ਲਿੱਤਾ, ਉਹ ਕਿਸ ਸਨ ਵਿੱਚ ਲਿੱਤਾ ਅਤੇ ਕਿਸ ਵਕਤ ਇਹ ਚੀਜ਼ ਡਿਸੀਜ਼ਨ ਲਿੱਤਾ, ਕਿਹੜੇ ਈਅਰ ਅਤੇ ਕਿਹੜੇ ਮੰਥ ਵਿੱਚ ਲਿੱਤਾ ਗਿਆ? ਇਹ ਲਿੱਤਾ ਗਿਆ ਆਪਣਾ ਲਗਭਗ, ਦੱਸੋ ਮੈਨੂੰ, ਮਈ 2016 ਵਿੱਚ ਇੱਕ ਤਰ੍ਹਾਂ ਦਾ ਮਤਲਬ ਟਾਰਗੇਟ ਲਗਾਇਆ ਗਿਆ, ਠੀਕ ਹੈ, ਜਿਸ ਵਿੱਚ ਇੱਕ ਫਰੇਮਵਰਕ ਬਣਾਇਆ ਗਿਆ ਕਿ ਆਪਾਂ ਇਨਫਲੇਸ਼ਨ ਨੂੰ ਇਸ ਪਰਸੈਂਟ ਦੇ ਹਿਸਾਬ ਸਿਰ, ਫਲੈਕਸੀਬਲ ਪਰਸੈਂਟ ਦੇ ਹਿਸਾਬ ਸਿਰ ਇਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਾਂਗੇ। ਉਸ ਲਈ ਆਪਾਂ ਨੇ ਕੀ ਕੀਤਾ, RBI ਐਕਟ 94 ਨੂੰ ਅਮੈਂਡ ਕਰਕੇ ਇਸ ਵਿੱਚ ਇਸ ਤਰ੍ਹਾਂ ਦੀ ਸਟੈਚੂਟਰੀ ਬਾਇਸ ਜਿਹੜੀ ਪ੍ਰੋਵਾਈਡ ਕੀਤੀ ਗਈ। ਓਕੇ, ਉਸ ਤੋਂ ਬਾਅਦ ਵਿੱਚ ਸਕੀਮ ਐਕਟ ਹੈਜ਼ enabled the expeditious and inexpensive forum to bank customers for resolution of complaints relating to certain services rendered by banks। ਹੁਣ ਤੁਹਾਨੂੰ ਦੱਸੋ ਇਸ ਵਿੱਚ ਕਿਹੜਾ ਆਪਸ਼ਨ ਠੀਕ ਰਹੇਗਾ? ਇਹ ਵੀ ਤੁਹਾਨੂੰ ਮੈਂ ਕਰਾਇਆ ਹੋਇਆ। ਰਿਜ਼ਰਵ ਬੈਂਕ ਆਫ ਇੰਡੀਆ 1994, ਬੈਂਕਿੰਗ ਰੈਗੂਲੇਸ਼ਨ ਐਕਟ 1949, ਸਿਕੂਰਿਟਾਈਜ਼ੇਸ਼ਨ ਐਕਟ 2002, ਫੇਮਾ ਬੈਂਕਿੰਗ ਓਬਰਟਸਮੈਨ ਸਕੀਮ। ਜਿਸ ਵਿੱਚ ਮੈਂ ਐਕਸਪਲੇਨ ਕਰਨਾ ਚਾਹੁੰਦਾ ਸੀ, ਮੈਂ ਉੱਥੇ ਐਕਸਪਲੇਨ ਕਰ ਰਿਹਾ, ਜਿੱਥੇ ਮੈਨੂੰ ਨਹੀਂ ਲੋੜ ਪੈ ਰਹੀ ਮੈਂ ਉੱਥੇ ਨਹੀਂ ਕਰਾਂਗਾ, ਕਿਉਂਕਿ ਉੱਥੇ ਤੁਹਾਨੂੰ ਮੈਂ ਆਲਰੇਡੀ ਲੈਕਚਰਸ ਕਰਾਇਆ। ਇਹਦਾ ਆਨਸਰ ਕੀ ਆਏਗਾ? ਬੈਂਕਿੰਗ ਓਬਰਟਸਮੈਨ ਸਕੀਮ। ਇਹ ਤੁਹਾਨੂੰ ਕਰਾਇਆ ਹੋਇਆ ਮੈਂ। ਮੈਨੀ ਟਾਈਮਸ ਵੀ ਰੀਡ ਅਬਾਊਟ ਦੀ ਸਪੈਸ਼ਲ ਡਰਾਇੰਗ ਰਾਈਟਸ ਇਨ ਦਾ ਨਿਊਜ਼ਪੇਪਰ। As per the definition, SDR is the monetary unit of reserve asset of which of the following organization। ਆਪਾਂ ਸਪੈਸ਼ਲ ਡਰਾਇੰਗ ਰਾਈਟਸ ਬਾਰੇ ਨਿਊਜ਼ਪੇਪਰ 'ਚ ਪੜ੍ਹਦੇ ਹਾਂ, ਸਪੈਸ਼ਲ ਡਰਾਇੰਗ ਰਾਈਟਸ ਬਾਰੇ ਆਪਾਂ ਲਗਾਤਾਰ ਕਿਤੇ ਨਾ ਕਿਤੇ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ, ਆਪਾਂ ਰੀਡ ਕਰਦੇ ਹਾਂ। ਐਕਚੁਅਲ ਵਿੱਚ ਜਿਹੜੀ ਇਹ ਸਪੈਸ਼ਲ ਡਰਾਇੰਗ ਰਾਈਟਸ ਹੈ, ਇੱਕ ਤਰ੍ਹਾਂ ਦਾ ਮੋਨੀਟਰੀ ਯੂਨਿਟ ਹੈ, ਠੀਕ ਹੈ, ਇੱਕ ਤਰ੍ਹਾਂ ਦਾ ਰਿਜ਼ਰਵ ਐਸੈਟ ਹੈ, ਉਹ ਕਿਸ ਆਰਗੇਨਾਈਜੇਸ਼ਨ ਦਾ ਹੈ? ਬਹੁਤ ਆਸਾਨ ਕੁਐਸਚਨ ਹੈ ਵੈਸੇ। ਇਹਦਾ ਆਨਸਰ ਕੀ ਆਏਗਾ ਆਪਣਾ? IMF। ਦੈਨ ਇਹ ਵੀ ਤੁਹਾਨੂੰ ਮੈਂ ਕਰਾਇਆ ਹੋਇਆ। IBA adopts a consultative approach to give its views on any issue pertaining to banking sector। What is the meaning of I in the IBA? ਦੱਸੋ ਮੈਨੂੰ। ਇਹ ਵੀ ਤੁਹਾਨੂੰ ਕਰਾਇਆ ਹੋਇਆ ਮੈਂ। ਇਹਦਾ ਆਨਸਰ ਆ ਜਾਏਗਾ ਆਪਣਾ ਇੰਡੀਅਨ ਬੈਂਕ ਐਸੋਸੀਏਸ਼ਨ। ਯਾਦ ਹੋਵੇ ਤੁਹਾਨੂੰ ਕਰਾਇਆ। IBA ਸਟੈਂਡਸ ਫॉर, ਫੁੱਲ ਫॉर्म ਕੀ ਹੈ ਟੋਟਲ ਪੂਰੀ? ਇਹਦਾ ਆਨਸਰ ਆ ਜਾਏਗਾ ਆਪਣਾ ਇੰਡੀਅਨ ਬੈਂਕਸ ਐਸੋਸੀਏਸ਼ਨ, ਠੀਕ ਹੈ। ਅਗਲਾ ਕੁਐਸਚਨ, ਵਟ ਇਜ਼ ਦਾ ਪ੍ਰੈਜ਼ੈਂਟ ਰੈਪੋ ਰੇਟ? ਦੱਸੋ ਮੈਨੂੰ। ਇਹ ਚੇਂਜ ਹੁੰਦੀ ਰਹੇਗੀ, ਭਾਵੇਂ ਅਪਡੇਟ ਫਿਰ ਦੁਬਾਰਾ ਦੇਖ ਲੈਣਾ, ਠੀਕ ਹੈ। ਇਹ ਤੁਸੀਂ ਖੁਦ ਹੋਮਵਰਕ ਤੁਹਾਡੇ ਲਈ ਹੋਮਵਰਕ ਹੈ, ਇੱਕ ਵਾਰੀ ਦੁਬਾਰਾ ਚੈੱਕ ਕਰ ਲੈਣਾ, ਠੀਕ ਹੈ। ਵਿਚ ਅਮੰਗ ਦਾ ਫੋਲੋਇੰਗ ਰੇਟਸ ਇਜ਼ ਨੋਟ ਦਾ ਪੋਲਿਸੀ ਰੇਟ ਆਫ RBI। ਇਹਨਾਂ ਵਿੱਚ ਐਸਾ ਕਿਹੜਾ ਰੇਟ ਹੈ ਜੋ ਇੱਕ ਤਰ੍ਹਾਂ ਨਾਲ RBI ਨੇ ਡਿਸਾਈਡ ਕਰਦਾ? RBI ਦੀ ਕਮੇਟੀ ਨਹੀਂ ਡਿਸਾਈਡ ਕਰਦੀ, RBI ਦੀ ਮੀਟਿੰਗਸ ਨਹੀਂ ਡਿਸਾਈਡ ਕਰਦੀ। ਜਿਵੇਂ ਰੈਪੋ ਰੇਟ, ਰਿਵਰਸ ਰੈਪੋ ਰੇਟ ਤਾਂ RBI ਡਿਸਾਈਡ ਕਰਦੀ ਹੈ, ਮਗਰ ਇਹਨਾਂ ਆਪਸ਼ਨਾਂ 'ਚ ਇੱਕ ਐਸਾ ਰੇਟ ਹੈ ਜੋ RBI ਡਿਸਾਈਡ ਨਹੀਂ ਕਰਦੀ, ਜੋ ਇੱਕ ਤਰ੍ਹਾਂ ਦਾ ਉਹਨਾਂ ਦੀ ਪੋਲਿਸੀ ਰੇਟ ਨਹੀਂ ਹੈ। ਦੱਸੋ, ਮਤਲਬ ਕਿ ਉਹਨਾਂ ਦੀ ਪੋਲਿਸੀ ਦਾ ਪਾਰਟ ਨਹੀਂ ਹੈ। ਇਹ ਹੋ ਗਿਆ CRR, ਠੀਕ ਹੈ, ਕੈਸ਼ ਰਿਜ਼ਰਵ ਰੇਸ਼ੋ, ਇੱਕ ਤਰ੍ਹਾਂ ਦਾ ਉਹਨਾਂ ਦੀ ਪੋਲਿਸੀ ਰੇਟ ਦਾ ਪਾਰਟ ਨਹੀਂ ਹੈ। ਸਮਝ, ਬਾਕੀ ਸਾਰੇ ਰੇਟ ਹੈ, ਰੈਪੋ ਰੇਟ, ਰਿਵਰਸ ਰੈਪੋ ਰੇਟ, ਬੈਂਕ ਰੇਟ, ਮਗਰ CRR ਰੇਟ ਉਹਨਾਂ ਨੂੰ ਅਲੱਗ ਚੀਜ਼ ਹੈ। ਹੁਣ ਤੁਸੀਂ ਮੈਨੂੰ ਦੱਸੋ CRR ਕਿਸ ਨੂੰ ਕਹਿੰਦੇ ਆਪਾਂ? ਇਹ ਤੁਹਾਡੇ ਲਈ ਹੋਮਵਰਕ ਹੈ। ਦ ਬੈਂਕਿੰਗ ਓਬਰਟਸਮੈਨ ਇਜ਼ ਅ ਸੀਨੀਅਰ ਆਫੀਸ਼ੀਅਲ ਅਪੋਇੰਟਡ ਬਾਏ, ਠੀਕ ਹੈ। ਜਿਹੜਾ ਬੈਂਕਿੰਗ ਓਬਰਟਸਮੈਨ ਹੈ ਉਹ ਕੌਣ ਅਪੋਇੰਟ ਕਰਦਾ? ਮੈਨੂੰ ਦੱਸੋ। ਇਹ ਵੀ ਤੁਹਾਨੂੰ ਮੈਂ ਕਰਾਇਆ ਹੋਇਆ। ਇਹ ਕੌਣ ਅਪੋਇੰਟ ਕਰਦਾ? RBI ਅਪੋਇੰਟ ਕਰਦਾ। ਹੈਜ਼ ਔਨ ਜਨਵਰੀ 2020 ਦੇ ਆਰ ਅ ਬੈਂਕਿੰਗ ਓਬਰਟਸਮੈਨ ਸੈਂਟਰ ਲੋਕੇਟਡ। ਕਿੰਨੇ ਸਾਰੇ ਸਾਨੂੰ ਸੈਂਟਰਸ ਦੇਖਣ ਨੂੰ ਮਿਲਦੇ ਇੰਡੀਆ ਵਿੱਚ ਬੈਂਕਿੰਗ ਓਬਰਟਸਮੈਨ ਦੇ? ਕਿੰਨੇ ਦੇਖਣ ਨੂੰ ਮਿਲਦੇ ਆ? 20, 17, 19, 18, 22 ਆਪਾਂ ਨੂੰ ਦੇਖਣ ਨੂੰ ਮਿਲਦੇ ਆ, 22 ਦੇਖਣ ਨੂੰ ਮਿਲਦੇ ਆ। ਦ ਸਿਟੀ ਯੂਨੀਅਨ ਬੈਂਕ ਲਿਮਟਿਡ ਇਜ਼ ਐਨ ਇੰਡੀਅਨ ਬੈਂਕ। ਵੇਅਰ ਇਜ਼ ਦ ਹੈਡਕੁਆਟਰ ਆਫ ਸਿਟੀ ਯੂਨੀਅਨ ਬੈਂਕ? ਦੱਸੋ ਮੈਨੂੰ, ਕਿੱਥੇ ਹੈ ਹੈਡਕੁਆਟਰ? ਦੱਸੋ। ਦੱਸੋ, ਉੱਤਰ ਪ੍ਰਦੇਸ਼ ਵਿੱਚ ਹੈ? ਦੱਸੋ, ਤੁਹਾਨੂੰ ਕਰਾਇਆ ਹੋਇਆ ਮੈਂ। ਇਹ ਹੈਗਾ ਆਪਣਾ ਮਹਾਰਾਸ਼ਟਰ ਵਿੱਚ, ਠੀਕ ਹੈ। ਆਈ ਥਿੰਕ ਮਹਾਰਾਸ਼ਟਰ ਵਿੱਚ ਹੀ ਹੈ ਨਾ? ਨਹੀਂ, ਸੋਰੀ, ਮਹਾਰਾਸ਼ਟਰ ਵਿੱਚ ਦੂਜਾ ਤਮਿਲਨਾਡੂ ਵਿੱਚ ਹੈ, ਠੀਕ ਹੈ। ਤਮਿਲਨਾਡੂ, ਯਾਦ ਆ ਗਿਆ, ਤਮਿਲਨਾਡੂ ਵਿੱਚ ਹੈ। ਦਾ ਕੁਐਸਚਨ ਦੇਖੋ, ਕਹਿੰਦੇ SES ਫੰਕਸ਼ਨਸ ਔਨ ਦਾ ਪ੍ਰਿੰਸੀਪਲ ਆਫ ਕਲੈਕਟਿਵ ਰਿਸਪੋਂਸਿਬਿਲਿਟੀ। ਤਾਂ ਵਟ ਇਜ਼ ਦ ਮੀਨਿੰਗ ਆਫ A ਇਨ ਦਾ SES?
दसो, ਇਹਦਾ ਆਨਸਰ ਕੀ ਆ ਜਾਏਗਾ ਆਪਣਾ, दसो। ਇਹਦਾ ਆਨਸਰ ਆ ਜਾਏਗਾ ਆਪਣਾ ਅਪਰੇਜ਼ਲ। ਫੁੱਲ ਫॉर्म ਕੀ ਹੈ ਪੂਰੀ, दसो ਜੇ ਯਾਦ ਹੋਵੇ ਤੁਹਾਨੂੰ ਤਾਂ ਸਟੇਟ ਐਕਸਪਰਟ ਅਪਰੇਜ਼ਲ ਕਮੇਟੀ। ਡਨ। किस फंक्शन उपर मतलब किस प्रिंसीपल उपर काम करता हो, कलैक्टिव रिस्पोंसिबिलिटी। डन। ओके। ਹੁਣ ਤੁਸੀਂ ਮੈਂ ਤੁਹਾਡੇ ਲਈ ਹੋਮਵਰਕ ਹੈ SES ਦੀ ਪੂਰੀ ਜਾਣਕਾਰੀ ਤੁਹਾਨੂੰ ਮੈਨੂੰ ਦੱਸਣੀ ਹੈ। ਡਨ। ਬੰਧਨ ਬੈਂਕ ਲਿਮਟਿਡ ਇਜ਼ ਐਨ ਇੰਡੀਅਨ ਬੈਂਕਿੰਗ ਐਂਡ ਫਾਈਨੈਂਸ਼ੀਅਲ ਸਰਵਿਸ ਕੰਪਨੀ ਹੈਡਕੁਆਟਰ ਇਨ ਕੋਲਕਾਤਾ, ਵੈਸਟ ਬੰਗਾਲ। ਠੀਕ ਹੈ। ਅਤੇ ਕੋਲਕਾਤਾ ਵਿੱਚ ਹੈ, ਮਤਲਬ ਉਸਦੇ ਕੈਪੀਟਲ ਵਿੱਚ। ਤਾਂ ਬੰਧਨ ਵਿੱਚ ਸਟਾਰਟਡ ਅ ਕੰਪਨੀ ਇਨ 2001। ਤਾਂ ਦੱਸੋ ਮੈਨੂੰ ਜਿਹੜਾ ਬੰਧਨ ਬੈਂਕ ਹੈ ਉਹ ਕਿਹੜੀ ਕੰਪਨੀ ਹੈ? ਮਾਈਕਰੋ ਫਾਈਨੈਂਸ ਕੰਪਨੀ ਹੈ, ਸਮੋਲ ਫਾਈਨੈਂਸ ਕੰਪਨੀ ਹੈ, ਮੀਡੀਅਮ ਫਾਈਨੈਂਸ ਕੰਪਨੀ ਹੈ, ਇੰਡਸਟਰੀ ਫਾਈਨੈਂਸ ਹੈ, ਰੂਰਲ ਫਾਈਨੈਂਸ ਹੈ? ਇਹ ਵੀ ਤੁਹਾਨੂੰ ਦੱਸਿਆ ਹੋਇਆ। ਇਹ ਆਪਣਾ ਹੈਗਾ, ਦੱਸੋ, ਇਹ ਆਪਣਾ ਹੈਗਾ ਮਾਈਕਰੋ ਫਾਈਨੈਂਸ ਕੰਪਨੀ। ਦ ਸਵਿਫਟ ਪ੍ਰੋਵਾਈਡਸ ਆ ਨੈਟਵਰਕ ਡੈਟ ਇਨੇਬਲ ਦੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਵਰਲਡ ਵਾਈਡ ਟੂ ਸੈਂਡ ਐਂਡ ਰਿਸੀਵ ਦੀ ਇਨਫੋਰਮੇਸ਼ਨ ਅਬਾਊਟ ਦੀ financial transactions in a secure, standardized and reliable environment. What is the meaning of S in the SWIFT? ਦੱਸੋ। S मतलब सोसाइटी, की मतलब S मतलब सोसाइटी। SWIFT का पूरा फुल फॉर्म क्या है? द सोसाइटी फॉर वर्ल्ड वाइड इंटर बैंक फाइनेंशियल टेलीकम्युनिकेशन। समझ गए? डन, समझ गए। चलो उस तो बाद अगला क्वेश्चन देखो अपना, इन नोटिस मनी मार्केट द टेन्योर ऑफ द ट्रांजैक्शन इज फ्रॉम। ठीक है। ਮਨੀ ਮਾਰਕੀਟ ਤੁਹਾਨੂੰ ਪਤਾ ਹੈ ਸ਼ੋਰਟ ਟਰਮ ਮਨੀ ਮਾਰਕੀਟ ਹੁੰਦੀ ਹੈ। ਠੀਕ ਹੈ। ਅਤੇ ਸ਼ੋਰਟ ਟਰਮ ਲਈ ਹੁੰਦੀ ਹੈ। ਤਾਂ ਉਹਨਾਂ ਦਾ ਜਿਹੜਾ ਟੈਨਿਓਰ ਹੁੰਦਾ ਹੈ ਡੇਜ਼ ਦਾ, ਉਹ ਕਿੰਨਾ ਹੁੰਦਾ ਹੈ ਮੈਨੂੰ ਦੱਸੋ। ਇਹ ਤੁਹਾਨੂੰ ਮੈਂ ਕਰਾਇਆ ਹੋਇਆ। ਇਹ ਹੁੰਦਾ 2 ਤੋਂ ਲੈ ਕੇ 28 ਡੇਜ਼ ਤੱਕ। ਠੀਕ ਹੈ। 2 ਤੋਂ ਲੈ ਕੇ 28 ਡੇਜ਼ ਤੱਕ। ਦ ਰਿਸਕ ਇਜ਼ ਦ ਰਿਸਕ ਡੈਟ ਐਨ ਇਨਵੈਸਟਮੈਂਟ ਵੈਲਿਊ ਵਿਲ ਚੇਂਜ ਡਿਊ ਟੂ ਦ ਚੇਂਜ ਇਨ ਦ ਐਬਸਲੂਟ ਲੈਵਲ ਆਫ ਇੰਟਰਸਟ ਰੇਟ, ਦ ਸਪਰੈਡ ਬਿਟਵੀਨ ਟੂ ਰੇਟਸ, ਦ ਸ਼ੇਪ ਆਫ ਦ ਯੀਲਡ ਕਰਵ। ਦੱਸੋ ਮੈਨੂੰ। ਇਹਦਾ ਆਨਸਰ ਕੀ ਆ ਜਾਏਗਾ? ਇੰਟਰਸਟ ਰਿਸਕ। ਡਨ। RBI has allowed the asset reconstruction companies to hold more than positive conversion of debt into equity in the companies undergoing the restructuring accidentally। ਦੱਸੋ ਮੈਨੂੰ ਕਿੰਨੀ ਪਰਸੈਂਟ ਤੱਕ ਹੋਲਡ ਕਰ ਸਕਦੇ ਨੇ? ਮੋਰ ਦੈਨ ਕਿੰਨੀ ਮਤਲਬ ਪਰਸੈਂਟੇਜ ਤੱਕ? ਇਹਦੇ ਬਾਰੇ ਵੀ ਤੁਹਾਨੂੰ ਮੈਂ ਦੱਸਿਆ ਹੋਇਆ। ਇਹ ਤਾਂ ਫਿਲਹਾਲ ਕਰੰਟ ਵਿੱਚ ਦੱਸ ਰਹੇ ਨੇ ਕਿ ਕਿੰਨੇ ਪਰਸੈਂਟ ਹੈ, ਪਰ ਤੁਹਾਨੂੰ ਪਰਸੈਂਟੇਜ ਯਾਦ ਰੱਖਣੇ। ਮੈਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਐਸਐਲ ਰੀਕਨਸਟਰਕਸ਼ਨ ਕੰਪਨੀ ਕੀ ਹੁੰਦੀ ਹੈ, ਤੁਹਾਨੂੰ ਦੱਸੀ ਹੋਈ ਹੈ। ਇਹਦਾ ਆਨਸਰ ਕੀ ਆ ਜਾਏਗਾ ਆਪਣਾ? ਦੱਸੋ। 26%। ਅਗਲਾ ਕੁਐਸਚਨ, BCSBI ਵਾਸ ਰਜਿਸਟਰਡ ਐਜ਼ ਅ ਸੁਸਾਇਟੀ ਅੰਡਰ ਦੀ ਫੈਬਰਰੀ 2006। ਦੱਸੋ। ਕੰਪਨੀ ਹੈ 1956। ਮਤਲਬ ਇਹ ਪੁੱਛ ਰਹੇ ਨੇ, ਕਹਿੰਦੇ ਜਿਹੜਾ BCSBI ਹੈ, BCSBI ਜਿਹੜਾ ਹੈ ਉਹ ਕਿਸ ਐਕਟ ਦੇ ਅੰਡਰ ਰਜਿਸਟਰਡ ਹੈ? ਕੰਪਨੀਜ਼ ਐਕਟ 1956, ਸੋਸਾਇਟੀ ਰਜਿਸਟ੍ਰੇਸ਼ਨ ਐਕਟ 1860, ਬੈਂਕਿੰਗ ਰੈਗੂਲੇਸ਼ਨ ਐਕਟ, ਰਿਜ਼ਰਵ ਬੈਂਕ ਆਫ ਇੰਡੀਆ 1984, ਨਨ ਆਫ ਦਿਸ। ਦੱਸੋ। ਇਹਦਾ ਆਨਸਰ ਆ ਜਾਏਗਾ ਆਪਣਾ ਸੋਸਾਇਟੀ ਰਜਿਸਟ੍ਰੇਸ਼ਨ ਐਕਟ 1860। ਠੀਕ ਹੈ, ਬੀ ਆਪਸ਼ਨ। ਹੁਣ ਆਪਾਂ ਇਹ ਜਾਣ ਲੈਂਦੇ ਹਾਂ BC ਜਿਹੜਾ ਆਪਣਾ SBI ਹੈ ਉਹਦੀ ਫੁੱਲ ਫॉर्म ਕਿਆ ਹੈ? ਬੈਂਕਿੰਗ ਕੋਰਟਸ ਐਂਡ ਸਟੈਂਡਰਡ ਬੋਰਡ ਆਫ ਇੰਡੀਆ। ਦੈਨ ਸਮਝ ਗਏ ਕਿਸ ਐਕਟ ਦੇ ਅੰਡਰ ਹੈ? ਸੋਸਾਇਟੀ ਰਜਿਸਟ੍ਰੇਸ਼ਨ ਐਕਟ 1860। ਕਦੋਂ ਲਾਗੂ ਹੋਇਆ ਹੈ? ਫੈਬਰਰੀ 2006 ਵਿੱਚ। ਡਨ। ਇੱਕ ਤਰ੍ਹਾਂ ਦੀ ਇੰਡੀਪੈਂਡੈਂਟ ਅਤੇ ਆਟੋਨੋਮਸ ਬੋਡੀ ਹੈ। ਡਨ। ਅਤੇ ਇਹ ਕਰਦੀ ਕੀ ਹੈ? ਇਹ ਸਾਰੇ ਬੈਂਕਿੰਗ ਕੋਰਸ ਦਾ ਦੇਖਦੀ ਹੈ। ਠੀਕ ਹੈ। ਇੱਕ ਸਟੈਂਡਰਡਸ ਮੇਨਟੇਨ ਕਰਦੀ ਹੈ। ਓਕੇ। ਕਿਹਨਾਂ ਲਈ? ਸ਼ਡਿਊਲ ਬੈਂਕਸ ਲਈ। ਸਮਝ ਗਏ? ਓਕੇ। ਇਹ ਨਹੀਂ ਹੈ ਕਿ ਇਹ ਮਤਲਬ ਆਪਣੇ ਤੌਰ 'ਤੇ ਸਾਰੇ ਕੰਮ ਕਰਦੀ ਹੈ, ਇਹ ਇੱਕ ਤਰ੍ਹਾਂ ਦੀ ਵੋਲੰਟਰੀ ਲਈ ਹੈ। ਠੀਕ ਹੈ। ਬੈਂਕਿੰਗ ਚਾਹਣ ਤਾਂ ਆਪਣੇ ਕੋਰਸ, ਆਪਣੇ ਸਟੈਂਡਰਡ ਦਾ ਮੇਨਟੇਨੈਂਸ ਇਹਨਾਂ ਦੁਆਰਾ, ਇਸ ਆਟੋਨੋਮਸ ਦੁਆਰਾ ਕਰਵਾਇਆ ਜਾ ਸਕਦਾ ਹੈ। ਅਗਲਾ ਕੁਐਸਚਨ, NSDP links are intended to provide a quick access to a single comprehensive source of economic and financial data consistent with the data categories and company described in the subscribers metadata। ਦੱਸੋ ਮੈਨੂੰ NSDP ਦਾ ਕੀ ਫੁੱਲ ਫॉर्म ਹੋਈ? ਉਹਨਾਂ ਨੇ ਇਹ ਦੱਸਿਆ NSDP ਬਾਰੇ ਦੱਸਿਆ। ਤੁਸੀਂ ਮੈਨੂੰ ਇਹ ਦੱਸੋ ਕਿ NSDP ਦੀ ਫੁੱਲ ਫॉर्म ਕਿਆ ਹੈ? ਉਹਨਾਂ ਨੇ ਡੈਫੀਨੇਸ਼ਨ ਦਿੱਤੀ ਹੈ NSDP ਦੀ। ਆ ਗਏ ਨਾ ਕੁਝ ਸਟੈਟਿਕ ਕੁਐਸਚਨ ਐਸੇ। ਸੋ ਕਦੀ ਵੀ ਇਸ ਤਰ੍ਹਾਂ ਜਾਣਾ ਨਹੀਂ ਕਿ ਮੈਂ ਜੋ ਪੜ੍ਹਿਆ ਉਹੀ ਆਏਗਾ। ਤੁਹਾਨੂੰ ਆਪਣੇ ਆਪ ਨੂੰ ਕਾਮਨ ਸੈਂਸ ਨੂੰ ਵੀ ਨਾਲ ਇੰਕਲੂਡ ਕਰਕੇ ਚੱਲਣਾ ਪਏਗਾ। ਇਹਦਾ ਆਨਸਰ ਕੀ ਆ ਜਾਏਗਾ ਆਪਣਾ? ਨੈਸ਼ਨਲ ਸਮਰੀ ਡਾਟਾ ਪੇਜ। ਵਿਚ ਆਫ ਦ ਫੋਲੋਇੰਗ ਹੈਜ਼ ਲੌਂਚਡ ਦੀ ਇੰਡੀਅਨ ਫਸਟ ਬਿਟਕੋਇਨ ਟ੍ਰੇਡਿੰਗ ਐਪ। ਦੱਸੋ ਕਿਹੜੀ ਐਸੀ ਕੰਪਨੀ ਨੇ ਸਭ ਤੋਂ ਪਹਿਲਾਂ ਬਿਟਕੋਇਨ ਟ੍ਰੇਡਿੰਗ ਐਪ ਇੰਡੀਆ ਵਿੱਚ ਲਾਂਚ ਕੀਤਾ? ਬਾਅਦ ਵਿੱਚ ਬੈਨ ਹੋ ਗਿਆ RBI ਵੱਲੋਂ, ਮਗਰ ਕੌਣ ਸੀ? ਪਲੂਟੋ। ਅਗਲਾ ਕੁਐਸਚਨ, ਅ ਡਾਕੂਮੈਂਟ ਕੰਸਿਸਟਿੰਗ ਆਫ ਕੰਟਰੈਕਟ ਗਰੰਟਿੰਗ ਦੀ ਪੇਮੈਂਟ ਆਫ ਸਪੈਸੀਫਿਕ ਅਮਾਊਂਟ ਆਫ ਮਨੀ
ਆਈਦਰ ਔਨ ਡਿਮਾਂਡ ਔਰ ਸੈਟ ਟਾਈਮ ਵਿਦ ਦੀ ਪੇਅਰ ਨੇਮ ਔਨ ਦਾ ਡਾਕੂਮੈਂਟਸ ਨੋਨ ਹੈਜ਼। ਦੱਸੋ ਮੈਨੂੰ ਕੀ ਕਹਿੰਦੇ ਐਸੇ ਮਤਲਬ ਸਿਸਟਮ ਨੂੰ, ਜਿਸ ਵਿੱਚ ਕੰਟਰੈਕਟ ਵੀ ਹੁੰਦਾ ਹੈ, ਗਰੰਟੀ ਵੀ ਹੁੰਦੀ ਹੈ ਪੇਮੈਂਟ ਦੀ, ਪ੍ਰੋਪਰ ਟਾਈਮ 'ਤੇ ਔਨ ਡਿਮਾਂਡ 'ਤੇ ਹੋ ਸਕਦੀ ਹੈ, ਇੱਕ ਟਾਈਮ ਦਿੱਤਾ ਜਾ ਸਕਦਾ ਹੈ, ਤਾਂ ਉਸ ਨੂੰ ਆਪਾਂ ਇੱਕ ਨਾਮ ਨਾਲ ਜਾਣਦੇ ਹਾਂ। ਉਹ ਕੀ ਕਹਿੰਦੇ ਉਹਨੂੰ ਆਪਾਂ ਦੱਸੋ? ਇਹ ਵੀ ਕਰਾਇਆ ਹੋਇਆ ਤੁਹਾਨੂੰ ਮੈਂ। ਇਹਨੂੰ ਆਪਾਂ ਨੈਗੋਸ਼ੀਏਬਲ ਇੰਸਟਰੂਮੈਂਟ ਕਹਿੰਦੇ ਹਾਂ। The arrangement under which bank sell the insurance products acting as the agents of the respective companies called ਦੀ ਕੀ ਕਹਿੰਦੇ ਆ ਉਹਨਾਂ ਨੂੰ? ਇੰਸ਼ੋਰੈਂਸ ਜੁਆਇੰਟ ਵੈਂਚਰ, ਦੱਸੋ? ਬੈਂਕ ਇੰਸ਼ੋਰੈਂਸ ਮੋਡਲ, ਹਾਈਬ੍ਰਿਡ ਇੰਸ਼ੋਰੈਂਸ ਮੋਡਲ, ਇੰਸ਼ੋਰੈਂਸ ਬ੍ਰੋਕਿੰਗ ਜਾਂ ਨਨ ਆਫ ਦਿਸ? ਦੱਸੋ। ਇਹ ਆਂਸਰ ਆ ਜਾਏਗਾ ਆਪਣਾ ਬੈਂਕ ਇੰਸ਼ੋਰੈਂਸ ਮੋਡਲ। ਠੀਕ ਹੈ, ਕਿਹੜਾ ਮੋਡਲ? ਬੈਂਕ ਇੰਸ਼ੋਰੈਂਸ ਮੋਡਲ। ਬੈਂਕ ਮਤਲਬ ਬੈਂਸੀ ਜਿਵੇਂ ਕਹਿ ਲਓ, ਬੈਂਕ ਕਹਿ ਲਓ, ਕੇ ਨਹੀਂ ਆਏਗਾ ਔਰ। ਠੀਕ ਹੈ, ਉਸ ਤੋਂ ਬਾਅਦ ਅਗਲਾ ਕੁਐਸਚਨ, ਹੂ ਅਮੰਗ ਫੋਲੋਇੰਗ ਦੀ ਰੈਗੂਲੇਟਸ ਦੀ ਇੰਡੀਅਨ ਕਾਰਪੋਰੇਟ ਡੈਪਟ ਮਾਰਕੀਟ? ਜਿਹੜਾ ਇੰਡੀਅਨ ਕਾਰਪੋਰੇਟ ਡੈਪਟ ਮਾਰਕੀਟ ਹੈ ਉਹਨੂੰ ਕੌਣ ਰੈਗੂਲੇਟ ਕਰਦਾ? ਇਹਦੇ ਬਾਰੇ ਵੀ ਦੱਸਿਆ ਹੋਇਆ ਤੁਹਾਨੂੰ ਮੈਂ। ਇਹਦਾ ਆਂਸਰ ਆ ਜਾਏਗਾ ਆਪਣਾ, ਦੱਸੋ ਮੈਨੂੰ, ਬਹੁਤ ਆਸਾਨ ਹੈ, ਸਟਾਕ ਐਕਸਚੇਂਜ ਬੋਰਡ ਆਫ ਇੰਡੀਆ। ਓਕੇ, ਵਟ ਇਜ਼ ਦ ਮਿਨੀਮਮ ਇਨੀਸ਼ੀਅਲ ਡਿਪੋਜ਼ਿਟ ਰਿਕੁਆਇਰਡ ਫॉर ਓਪਨਿੰਗ ਅ ਬੇਸਿਕ ਸੇਵਿੰਗ ਬੈਂਕ ਡਿਪੋਜ਼ਿਟ ਅਕਾਊਂਟ? ਦੱਸੋ ਕਿੰਨਾ ਮਿਨੀਮਮ ਡਿਪੋਜ਼ਿਟ ਹੋਣਾ ਚਾਹੀਦਾ? ਇਹਦਾ ਆਂਸਰ ਆ ਜਾਏਗਾ ਆਪਣਾ ਨੋ ਇਨੀਸ਼ੀਅਲ ਡਿਪੋਜ਼ਿਟਸ। ਠੀਕ ਹੈ, ਨੋਰਮਲ ਸੇਵਿੰਗ ਬੈਂਕ ਵਿੱਚ ਵੈਸੇ ਐਸੀ ਕੋਈ ਲੋੜ ਨਹੀਂ ਹੁੰਦੀ, ਮਗਰ ਹਰੇਕ ਇੱਕ ਬ੍ਰਾਂਚ ਦਾ ਆਪਣਾ ਹਿਸਾਬ ਹੁੰਦਾ। ਬ੍ਰਾਂਚ ਨਹੀਂ ਕਹਾਂ, ਹਰੇਕ ਬੈਂਕ ਦਾ ਆਪਣਾ ਹਿਸਾਬ ਹੁੰਦਾ। ਵੈਸੇ ਤੁਸੀਂ ਦੇਖੋ ਜਨ ਧਨ ਯੋਜਨਾ, ਉਸ ਵਿੱਚ ਐਸੀ ਕੋਈ ਇਨੀਸ਼ੀਅਲ ਡਿਪੋਜ਼ਿਟ ਦੀ ਲੋੜ ਨਹੀਂ ਹੁੰਦੀ। ਬਾਕੀ ਹਰੇਕ ਬੈਂਕ ਆਪਣੇ ਹਿਸਾਬ ਸੇ ਡਿਸੀਜ਼ਨ ਲੈ ਲੈਂਦਾ। ਵਟ ਇਜ਼ ਦ ਮਿਨੀਮਮ ਅਮਾਊਂਟ ਟੂ ਬੀ ਰਿਮਿਟਡ ਥਰੂ ਦਾ RTGS? RTGS ਦੁਆਰਾ ਆਪਾਂ ਕਿੰਨੀ ਅਮਾਊਂਟ ਆਪਾਂ ਮਤਲਬ ਟ੍ਰਾਂਸਫਰ ਕਰ ਸਕਦੇ ਹਾਂ ਜਾਂ ਆਪਾਂ ਦੇਖ ਸਕਦੇ ਹਾਂ? ਠੀਕ ਹੈ, ਕਿੰਨਾ ਆਪਾਂ ਲਿਮਿਟ ਹੁੰਦੀ ਹੈ ਸਾਡੇ ਕੋਲ RTGS ਦੁਆਰਾ ਪੇਮੈਂਟ ਕਰਨ ਦੀ ਜਾਂ ਲੈਣ ਦੀ, ਕੁਛ ਵੀ ਕਰਨ ਦੀ? ਕਿੰਨੀ ਹੁੰਦੀ ਹੈ? 2 ਲੱਖ ਦੀ ਮਿਨੀਮਮ ਅਮਾਊਂਟ। RNBC ਸਟੈਂਡਸ ਫੋਰ, ਦੱਸੋ RNBC ਦਾ ਕਿਆ ਮਤਲਬ ਹੋ ਗਿਆ? ਰੈਜੂਲਰੀ ਨੋਨ ਬੈਂਕਿੰਗ ਕੰਪਨੀਜ਼। ਠੀਕ ਹੈ, ਕੀ ਕਹਿੰਦੇ RNBC ਨੂੰ? ਆਈ ਥਿੰਕ ਰੈਜੂਲਰੀ ਹੀ ਕਹਿੰਦੇ ਆ, ਤੁਸੀਂ ਚੈੱਕ ਕਰ ਲੈਣਾ, ਮਗਰ ਮੈਨੂੰ ਲੱਗਦਾ ਇਹ ਹੈ ਕਿ ਇਹਨੂੰ ਰੈਜੂਲਰੀ ਹੀ ਕਹਿੰਦੇ। ਮੈਂ ਤੁਸੀਂ ਮੈਨੂੰ ਇਹਦਾ ਤੁਹਾਡੇ ਲਈ ਹੋਮਵਰਕ ਹੈ, ਉਹ ਇਹ ਨਹੀਂ ਦੱਸਾਂਗਾ ਮੈਂ RNBC ਕੀ ਹੈ। ਠੀਕ ਹੈ, ਵੈਸੇ ਮੈਂ ਦੱਸ ਸਕਦਾ, ਮਗਰ ਉਹ ਇਸ ਕਰਕੇ ਨਹੀਂ ਦੱਸਾਂਗਾ ਕਿ ਤੁਸੀਂ ਬੱਚਿਓ ਤੁਹਾਨੂੰ ਆਪਣੇ ਆਪ ਨੂੰ ਥੋੜ੍ਹਾ ਪੇਪਰ ਨੇੜੇ ਆ ਰਿਹਾ, ਆਪਣੇ ਆਪ ਨੂੰ ਥੋੜ੍ਹਾ ਜਿਹਾ ਆਪਣਾ ਅੰਡਰਸਟੈਂਡਿੰਗ ਲੈਵਲ ਨੂੰ ਥੋੜ੍ਹਾ ਖੋਲ੍ਹ ਲਓ। ਕੁਛ ਸਟੈਟਿਕ ਲੈਵਲ ਐਸਾ ਹੁੰਦਾ ਜੋ ਤੁਹਾਨੂੰ ਖੁਦ ਨੇ ਜਾ ਕੇ ਸਰਚ ਕਰਨਾ ਹੁੰਦਾ। ਨਿਊਜ਼ਪੇਪਰ ਨੂੰ ਜ਼ਰੂਰ ਪੜ੍ਹਨਾ, ਉਸ ਵਿੱਚ ਰੋਜ਼ ਇਕਨੋਮਿਕਸ ਨਾਲ ਰਿਲੇਟਿਡ, ਬੈਂਕਿੰਗ ਨਾਲ ਰਿਲੇਟਿਡ ਕੁਝ ਨਾ ਕੁਝ ਟਰਮ ਦੇਖਣ ਨੂੰ ਮਿਲਦੇ ਨੇ। ਡਨ, ਤਾਂ ਮੈਂ ਤੁਹਾਨੂੰ ਕਿਹਾ ਬੈਂਕਿੰਗ ਦੇ ਜਿਹੜੇ ਟਰਮ ਹੈ ਉਹ ਅਣਗਿਣਤ ਨੇ। ਸਾਨੂੰ ਹਮੇਸ਼ਾ ਇਹ ਧਿਆਨ 'ਚ ਰੱਖਣਾ ਹੈ ਕਿ ਸਾਡੇ ਕੋਲ ਨਿਊਜ਼ਪੇਪਰ ਹਮੇਸ਼ਾ ਹੋਵੇ, ਪਲੱਸ ਸਾਨੂੰ ਕੁਝ ਸਟੈਟਿਕ ਪਾਰਟ ਜਿਹੜਾ ਬੇਸਿਕ ਹੈ ਉਹ ਪਤਾ ਹੋਵੇ, ਪਲੱਸ ਸਾਨੂੰ ਕੰਸੈਪਟ ਦੀ ਤਿਆਰੀ ਹੋਵੇ। ਮੈਂ ਤੁਹਾਨੂੰ ਸਟੈਟਿਕ ਬੇਸਿਕ ਪਾਰਟ ਪੂਰਾ ਕਰਾਇਆ, ਕੰਸੈਪਟ ਪੂਰਾ ਕਰਾਇਆ, ਨਿਊਜ਼ਪੇਪਰ ਤੁਹਾਡੀ ਜ਼ਿੰਮੇਵਾਰੀ ਹੈ। ਠੀਕ ਹੈ, ਉਹਦੇ ਜਿਹੜੇ ਟਰਮਸ ਕੰਡੀਸ਼ਨ ਤੁਹਾਨੂੰ ਖੁਦ ਨੇ ਪੜ੍ਹਨੇ ਨੇ, ਸਮਝ ਗਏ? ਓਕੇ, ਬਾਕੀ ਚਿੰਤਾ ਨਹੀਂ ਕਰਨੀ, ਜਿੰਨਾ ਤੁਹਾਨੂੰ ਮੈਂ ਇਸ 500 ਕੁਐਸਚਨ 'ਚ ਕਰਾਵਾਂਗਾ, ਇਸ ਤੋਂ ਬਾਹਰ ਜਿਹੜਾ ਕੋਈ ਕੁਐਸਚਨ ਆ ਜਾਏ, 1 ਜਾਂ 2 ਕੁਐਸਚਨ ਹੋ ਸਕਦੇ ਨੇ ਮੋਸਟਲੀ, ਜਿੰਨਾ ਤੁਹਾਨੂੰ ਮੈਂ ਕਰਾਇਆ ਉਸ ਵਿੱਚੋਂ ਹੀ ਆਏਗਾ। ਠੀਕ ਹੈ, ਉਹ ਤੁਹਾਡੇ 'ਤੇ ਡਿਪੈਂਡ ਕਰਦਾ ਤੁਸੀਂ ਮੇਰੇ ਕੰਸੈਪਟ ਨੂੰ ਕਿਸ ਤਰ੍ਹਾਂ ਸਮਝਿਆ ਹੈ। ਠੀਕ ਹੈ, ਜਿੰਨਾ ਮਤਲਬ ਡੈਪਥ ਸਮਝੋਗੇ ਉਨਾ ਅੱਛਾ ਸਮਝ ਆਏਗਾ, ਤਾਂ ਕੁਐਸਚਨ ਅਟੈਂਪਟ ਕਰ ਪਾਓਗੇ। ਸਮਝ ਗਏ? ਉਸ ਤੋਂ ਬਾਅਦ ਦੱਸੋ, ਆ ਡੈਟ ਵਿਚ ਇਜ਼ ਦ ਇਰਰਿਕਵਰੇਬਲ। ਠੀਕ ਹੈ, ਇਰਰਿਕਵਰੇਬਲ and it's therefore written off as the loss in the accounts of an institution or bank is known as? ਦੱਸੋ ਮੈਨੂੰ, ਐਸੇ ਡੈਟ ਨੂੰ ਆਪਾਂ ਕੀ ਕਹਿੰਦੇ ਹਾਂ? ਐਕਸਟਰਨਲ ਡੈਟ, ਗੁੱਡ ਡੈਟ, ਬੈਡ ਡੈਟ, ਇੰਟਰਨਲ ਡੈਟ? ਇਹਦਾ ਆਂਸਰ ਕੀ ਆ ਜਾਏਗਾ ਆਪਣਾ? ਬੈਡ ਡੈਟ। ਠੀਕ ਹੈ, ਗੌਰਮੈਂਟ ਆਫ ਇੰਡੀਆ ਕ੍ਰੀਏਟਡ ਦਾ ਰੂਰਲ ਇਨਫਰਾਸਟਰਕਚਰ ਡਿਵੈਲਪਮੈਂਟ ਫੰਡ। ਠੀਕ ਹੈ, ਇਨ ਨਾਬਾਰਡ ਇਨ 1995-96। ਵਟ ਇਜ਼ ਦ ਇਨੀਸ਼ੀਅਲ ਕਾਰਪਸ ਆਫ? ਠੀਕ ਹੈ, ਕਿੰਨਾ ਪੈਸਾ ਲਗਾ ਕੇ ਉਹਨਾਂ ਨੇ ਇਹ ਰੂਰਲ ਇਨਫਰਾਸਟਰਕਚਰ ਡਿਵੈਲਪਮੈਂਟ ਫੰਡ ਤਿਆਰ ਕੀਤਾ ਸੀ? 3000 ਕਰੋੜ, 2000 ਕਰੋੜ, 4000 ਕਰੋੜ, 6000 ਕਰੋੜ, 5000 ਕਰੋੜ? ਕਿੰਨਾ ਸੀ ਆਪਣਾ ਦੱਸੋ? 2000 ਕਰੋੜ। ਸਮਝ ਗਏ? ਓਕੇ, ਜੇ ਰੀਸੈਂਟ ਦੀ ਗੱਲ ਕਰਾਂ, ਇਹ ਤਾਂ ਮਤਲਬ ਇਹਦਾ ਯੂਸੇਜ ਹੁਣ ਇੰਨਾ ਵੱਧ ਚੁੱਕਾ ਇਸ ਫੰਡ ਦਾ, ਜਿਸ ਵਿੱਚ ਆਪਾਂ ਰੂਰਲ ਇਨਫਰਾਸਟਰਕਚਰ ਨੂੰ ਪੂਰਾ ਡਿਵੈਲਪਮੈਂਟ ਕਰਨ ਲਈ ਆਪਾਂ ਇਸ ਫੰਡ ਦਾ ਯੂਜ਼ ਕਰਦੇ ਹਾਂ। ਅੱਜ ਦੇ ਟਾਈਮ ਇਸ ਵਿੱਚ ਜਿਹੜਾ ਪੈਸਾ ਜਾ ਰਿਹਾ ਉਹ ਕਿੰਨਾ ਜਾ ਰਿਹਾ? 28000 ਕਰੋੜ। ਜੇ ਮੈਂ 2018 ਦਾ ਅਤੇ 19 ਦਾ ਜਿਹੜਾ ਡਾਟਾ ਦੇਖਾਂ ਤਾਂ ਇਸ ਵਿੱਚ ਘੱਟੋ ਘੱਟ ਸਾਨੂੰ ਪੈਸਾ ਜਿਹੜਾ ਦੇਖਣ ਨੂੰ ਮਿਲਦਾ ਇਸ ਵਿੱਚ ਫੰਡ ਵਿੱਚ 28000 ਕਰੋੜ ਰੁਪਏ ਦੇਖਣ ਨੂੰ ਮਿਲਦਾ। ਸਮਝ ਗਏ? ਓਕੇ, ਇਸ ਵਿੱਚ ਕੀਤਾ ਕੀ ਜਾਂਦਾ? ਇਸ ਫੰਡ ਦਾ ਕਿੱਥੇ ਯੂਜ਼ ਕੀਤਾ ਜਾਂਦਾ ਹੈ? ਭਾਰਤ ਨਿਰਮਾਣ ਜਿਹੜੇ ਪ੍ਰੋਜੈਕਟ ਚੱਲ ਰਹੇ ਨੇ, ਜੇ ਤੁਹਾਨੂੰ ਪਤਾ ਹੋਵੇ। ਠੀਕ ਹੈ, ਰੂਰਲ ਇਨਫਰਾਸਟਰਕਚਰ ਨੂੰ ਪੂਰਾ ਕਰਨ ਲਈ, ਫੂਡ ਪ੍ਰੋਸੈਸਿੰਗ ਇੰਡਸਟਰੀਆਂ ਨੂੰ ਲਗਾਉਣ ਲਈ,
डन। ओके, लास्ट क्वेश्चन आज दा, डैश इज अ डिपॉजिट अकाउंट प्रोवाइडेड बाय अ बैंक और अदर फाइनेंशियल इंस्टीट्यूशन फॉर इंडिविजुअल टू सेव मनी एंड अर्न द मोडेस्ट इंटरेस्ट फॉर डैट मनी हैल्ड इन द अकाउंट। दसो मैनू क्या आंसर होएगा? ਇਹਦਾ ਆਨਸਰ ਹੋਏਗਾ ਸੇਵਿੰਗ ਬੈਂਕ ਅਕਾਊਂਟ। ਸਮਝ ਗਏ? ਇਹ ਹੁਣ ਤੁਸੀਂ ਖੁਦ ਸਮਝੋ, ਇਹ 'ਚ ਕੋਈ ਔਖਾ ਨਹੀਂ ਦਿੱਤਾ ਹੋਇਆ ਆ। ਕਹਿੰਦੇ ਸੇਵਿੰਗ ਬੈਂਕ ਅਕਾਊਂਟ ਇਜ਼ ਡਿਪੋਜ਼ਿਟ ਅਕਾਊਂਟ, ਪਹਿਲੀ ਗੱਲ ਡਿਪੋਜ਼ਿਟ ਅਕਾਊਂਟ ਹੈ, ਸਮਝ ਗਏ? ਪ੍ਰੋਵਾਈਡਡ ਬਾय ਅ बैंक और अदर फाइनेंशियल इंस्टीट्यूशन टू फॉर इंडिविजुअल टू सेव मनी, नाम से समझ आ रहा है सेविंग मनी। देखो और एक क्वेश्चन च हिंट देता सेव मनी एंड अर्न दी मोडस, ठीक है, नॉर्मल इंटरेस्ट। मोडस मतलब नॉर्मल, ठीक है, मोडस मतलब बिल्कुल ही आप गल करिए नॉर्मल इंटरेस्ट सानू मिलेगा फॉर डैट मनी हैल्ड इन द अकाउंट। नॉर्मल गल मोडस इंटरेस्ट की गल की, वो एफ डी तो हो नहीं सकता, रैकरिंग भी नहीं हो सकता, करंट भी नहीं, करंट च मिलता ही नहीं इंटरेस्ट, तो साफ जी गल है सेविंग ही है। समझ गए? इस तरह तुम अपने दिमाग में लगाना। देखो ਤੁਹਾਡੇ ਜਿਹੜੇ ਮੈਂ ਤੁਹਾਨੂੰ ਜਿਹੜੇ ਕਨਸੈਪਟ ਕਰਾਏ ਨੇ ਉਹਨਾਂ ਨੂੰ ਭਾਵੇਂ ਤੁਸੀਂ 10 ਵਾਰੀ ਕਰਨਾ 15 ਵਾਰੀ ਕਰੋ, ਮਗਰ ਤੁਹਾਨੂੰ ਉਸ ਨੂੰ ਪੂਰਾ ਸਮਝ ਲੈਣਾ ਹੈ। ਸਮਝ ਗਏ? ਕੁਐਸਚਨ ਕਿਵੇਂ ਵੀ ਘੁਮਾ ਕੇ ਪੁੱਛਿਆ ਜਾਏਗਾ, ਤੁਹਾਨੂੰ ਆਨਸਰ ਆਉਣਾ ਚਾਹੀਦਾ। ਸਮਝ ਗਏ? ਓਕੇ, ਜਿਵੇਂ ਕੁਐਸਚਨ ਪੁੱਛ ਲਿਆ ਜਾਵੇ ਇਨਫਲੇਸ਼ਨ ਨੂੰ ਕੰਟਰੋਲ ਕਰਨ ਲਈ ਆਰਬੀਆਈ ਕੀ ਕਰਦੀ ਹੈ। ਸਮਝ ਗਏ? ਜੇ ਮਹਿੰਗਾਈ ਜ਼ਿਆਦਾ ਹੋ ਜਾਏ ਤਾਂ ਆਰਬੀਆਈ ਨੂੰ ਕੀ ਕਰਨਾ ਚਾਹੀਦਾ, ਜੇ ਰੈਪੋ ਰੇਟ ਵੱਧ ਜਾਏ ਤਾਂ ਕੀ ਹੁੰਦਾ, ਜੇ ਰਿਵਰਸ ਰੈਪੋ ਰੇਟ ਵੱਧ ਜਾਏ ਤਾਂ ਕੀ ਹੁੰਦਾ, ਬੈਂਕ ਰੇਟ ਵੱਧ ਜਾਏ ਤਾਂ ਕੀ ਹੁੰਦਾ, ਬੈਂਕ ਰੇਟ ਕਿਹਦੇ ਲਈ ਯੂਜ਼ ਕੀਤਾ ਜਾਂਦਾ, ਠੀਕ ਹੈ, ਮਾਰਜਨਲ ਸਟੈਂਡਿੰਗ ਫੈਸਿਲਿਟੀ ਕਿਉਂ ਯੂਜ਼ ਕੀਤੀ ਜਾਂਦੀ ਹੈ, ਕਿਸ ਟਾਈਮ 'ਤੇ ਯੂਜ਼ ਕੀਤੀ ਜਾਂਦੀ ਹੈ, ਇਹ ਚੀਜ਼ਾਂ ਤੁਹਾਨੂੰ ਪਤਾ ਹੋਣੀ ਚਾਹੀਦੀਆਂ। ਸੋ ਥੈਂਕ ਯੂ ਵੈਰੀ ਮਚ।